ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਵਿਸ਼ੇ, ਕੁਝ ਗੱਲਾਂ ਬਾਤਾਂ, ਉਹ ਮੁੱਦੇ ਜਿਨ੍ਹਾਂ ਦੇ ਉੱਤੇ ਕੈਨੇਡਾ ਦੇ ਵਿੱਚ ਚਰਚਾ ਹੋ ਰਹੀ ਹੈ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ 4-5 ਮੁੱਦੇ ਅੱਜ ਤੁਹਾਡੇ ਨਾਲ ਸਾਂਝੇ ਕਰਨੇ ਆ। ਪ੍ਰੋਗਰਾਮ ਦੇ ਆਖਰ ਵਿੱਚ ਅਸੀਂ ਅੱਜ ਗੱਲਬਾਤ ਕਰਨੀ ਹੈ ਗੁਰਪ੍ਰੀਤ ਸਿੰਘ ਸੋਤਾ ਹੋਣਾ ਨਾਲ ਸਰੀ ਇਲੈਕਸ਼ਨ ਬਾਰੇ। ਸਰੀ ਦੀ ਮੇਅਰ ਦੀ ਉਮੀਦਵਾਰ ਦੀ ਚੋਣ 15 ਅਕਤੂਬਰ ਨੂੰ ਹੋਣੀ ਆ, ਕੌਂਸਲ ਚੁਣੀ ਜਾਣੀ ਆ, ਕੌਣ-ਕੌਣ ਖੜੇ ਆ ਇਸ ਵੇਲੇ, ਕੀ ਹੋ ਸਕਦਾ, ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਅੱਜ ਇੱਕ ਹੋਰ ਬਹੁਤ ਵੱਡੀ ਨਿਊਜ਼ ਜਿਹੜੀ ਚਰਚਾ ਦੇ ਵਿੱਚ ਆਈ ਆ, ਐਲਨ ਮਸਕ ਟੈਸਲਾ ਦੇ CEO ਉਹਨਾਂ ਨੇ ਟਵਿੱਟਰ ਨੂੰ ਖਰੀਦ ਲਿਆ। ਇਹਦੀ ਕੀ ਸਮੀਕਰਨਾਂ ਜੁੜਦੀਆਂ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਦੇ ਵਿੱਚ 2 ਅਫੀਸ਼ੀਅਲ ਲੈਂਗੁਏਜਸ ਨੇ, ਫਰੈਂਚ ਅਤੇ ਇੰਗਲਿਸ਼। ਰੌਲਾ ਇਹ ਪੈ ਰਿਹਾ ਵੀ ਫਰੈਂਚ ਨੂੰ ਉਹ ਦਰਜਾ ਨਹੀਂ ਮਿਲ ਰਿਹਾ ਜਿਹੜਾ ਮਿਲਣਾ ਚਾਹੀਦਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਚੀਨ ਦੇ ਵਿੱਚ ਲਾਕਡਾਊਨ ਨੇ ਫਿਰ ਸੰਕਟ ਪੈਦਾ ਕੀਤਾ ਆ। ਕੋਵਿਡ ਬਾਰੇ ਖਬਰ ਇੱਕ ਇਹ ਵੀ ਆ ਰਹੀ ਹੈ ਕਿ ਅੰਟੈਰੀਓ ਦੇ ਵਿੱਚ ਜਿਹੜੇ ਬੱਚਿਆਂ ਦਾ ਹਸਪੀਟਲ ਆ ਉਹਦੇ ਵਿੱਚ ਸਭ ਤੋਂ ਵੱਧ ਇਸ ਵੇਲੇ ਕੋਵਿਡ ਦੇ ਮਰੀਜ਼ ਆ ਰਹੇ ਆ, ਜਾਂ ਦੂਜੇ ਜਿਹੜੀ ਇਨਫੈਕਸ਼ਨ ਦੇ ਮਰੀਜ਼ ਆ ਰਹੇ ਆ। ਪੂਰੀ ਉੱਥੇ ਇਸ ਵੇਲੇ ਸਟ੍ਰੈਸ ਪਈ ਆ ਉਸ ਹਸਪੀਟਲ ਦੇ ਉੱਤੇ। ਇਹ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ, ਇਹ ਜਿਹੜੀਆਂ ਗੱਲਾਂ ਬਾਤਾਂ ਯੂਕਰੇਨ ਬਾਰੇ ਕੀ ਅਪਡੇਟ ਆ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅਤੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਕੋਲ ਕਹਿੰਦੇ ਇਸ ਵੇਲੇ ਉਹਨਾਂ ਦੇ ਜਿਹੜੇ ਬਟੂਏ ਆ ਉਹ ਡਾਲਰਾਂ ਦੇ ਨਾਲ ਭਰੇ ਪਏ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਿੱਥੇ ਇਨਵੈਸਟ ਕਰੀਏ ਅਤੇ ਕਿੱਥੇ ਸਪੈਂਡ ਕਰੀਏ। ਪਹਿਲਾ ਮਾਮਲਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਉਹ ਇਸ ਵੇਲੇ ਫਰੈਂਚ ਭਾਸ਼ਾ ਬਾਰੇ ਆ। ਕੈਨੇਡਾ ਦੇ ਵਿੱਚ 2 ਭਾਸ਼ਾਵਾਂ ਅਫੀਸ਼ੀਅਲ ਨੇ, ਫਰੈਂਚ ਅਤੇ ਇੰਗਲਿਸ਼। ਹੁਣ ਕਿਹਾ ਜਾ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਫਰੈਂਚ ਬੋਲਣ ਵਾਲਿਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ, ਜਾਂ ਫਰੈਂਚ ਭਾਸ਼ਾ ਨੂੰ ਉਹ ਦਰਜਾ ਨਹੀਂ ਮਿਲ ਰਿਹਾ ਜਿਹੜਾ ਮਿਲਣਾ ਚਾਹੀਦਾ, ਜਾਂ ਜਿਹੜਾ ਅੰਗਰੇਜ਼ੀ ਦਾ ਦਰਜਾ ਹੈਗਾ ਆ। ਇੱਕ ਜਿਹੜੀਆਂ ਲੀਡਰਸ਼ਿਪ ਅਪੁਆਇੰਟਮੈਂਟਸ ਹੋਈਆਂ ਕੁਛ ਥਾਵਾਂ ਦੇ ਉੱਤੇ, ਉਹਦੇ ਉੱਤੇ ਕਾਫੀ ਕੰਟਰੋਵਰਸੀ ਆਈ ਆ ਕਿ ਜਿਹਦੇ ਨਾਲ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਵੀ ਵਿੱਚ ਦਖਲਅੰਦਾਜ਼ੀ ਕਰਨੀ ਪਈ ਆ। ਹੋਇਆ ਕੀ ਆ ਕਿ ਜਿਹੜੇ ਕਾਰਪੋਰੇਟ ਬੋਰਡ ਮੌਂਟਰੀਅਲ ਬੇਸਡ ਇੱਕ ਜਿਹੜੀ CN ਹੈਗੀ ਆ CN ਰੇਲਵੇ ਕੰਪਨੀ, ਜਿਹੜੀ ਲਾਰਜੈਸਟ ਰੇਲਵੇ ਕੰਪਨੀ ਆ, ਇਹਦੇ ਕਾਰਪੋਰੇਟ ਬੋਰਡ ਦੇ ਵਿੱਚ ਫਰੈਂਚ ਬੋਲਣ ਵਾਲੇ ਲੀਡਰ ਜਿਹੜੇ ਆ ਬੋਰਡ ਦੇ ਡਾਇਰੈਕਟਰ ਨਹੀਂ ਆ। ਅਤੇ ਇਸ ਗੱਲ ਨੇ ਬਹੁਤ ਸਾਰਾ ਧਿਆਨ ਇੱਧਰਲੇ ਪਾਸੇ ਨੂੰ ਖਿੱਚਿਆ ਆ ਕਿ ਜ਼ਰੂਰੀ ਹੁੰਦਾ ਕਿ ਇਸ ਬੋਰਡ ਦੇ ਵਿੱਚ, ਕਿਸੇ ਵੀ ਵੱਡੀ ਕਾਰਪੋਰੇਸ਼ਨ ਬੋਰਡ ਦੇ ਵਿੱਚ, ਜਿਹੜਾ ਵਿਅਕਤੀ ਬੈਠਾ ਆ ਉਹਨੂੰ ਅੰਗਰੇਜ਼ੀ ਆਉਂਦੀ ਹੋਵੇ, ਅੰਗਰੇਜ਼ੀ ਦੇ ਨਾਲ ਨਾਲ ਉਹਨੂੰ ਫਰੈਂਚ ਵੀ ਆਉਂਦੀ ਹੋਵੇ। ਅਤੇ ਹੁਣ ਇਹ ਲੀਡਰ ਬਾਈਲਿੰਗੁਅਲ ਨਹੀਂ ਆ। ਅਤੇ ਇਹਦੇ ਤੋਂ ਪਹਿਲਾਂ ਏਅਰ ਕੈਨੇਡਾ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀ ਕਿ ਮੇਰੇ ਕੋਲ ਟਾਈਮ ਹੈ ਨਹੀਂ ਫਰੈਂਚ ਸਿੱਖਣ ਦਾ, ਜਿਹਦੇ ਨਾਲ ਬਹੁਤ ਸਾਰੀ ਕੰਟਰੋਵਰਸੀ ਹੋਈ ਸੀ ਅਤੇ ਉਹਦੇ ਤੋਂ ਬਾਅਦ ਉਹਨਾਂ ਨੂੰ ਮੁਆਫੀ ਮੰਗਣੀ ਪਈ ਸੀ ਜਨਤਕ ਰੂਪ ਦੇ ਵਿੱਚ। ਕੈਨੇਡੀਅਨ ਲਾਅ ਦੇ ਹਿਸਾਬ ਨਾਲ ਜਿਹੜੀਆਂ ਕੁਛ ਪ੍ਰਾਈਵੇਟਾਈਜ਼ਡ ਫਰਮ ਹੈਗੀਆਂ, ਜਿੱਦਾਂ CN ਆ, ਏਅਰ ਕੈਨੇਡਾ ਆ, ਜਿੱਦਾਂ ਏਅਰਪੋਰਟ ਜਾਂ ਫੈਡਰਲ ਮਿਨਿਸਟਰਸ ਆ, ਇਹਨਾਂ ਨੂੰ ਆਪਣੀਆਂ ਸਰਵਿਸਿਜ਼ ਦੋਵਾਂ ਭਾਸ਼ਾਵਾਂ ਦੇ ਵਿੱਚ ਦੇਣੀਆਂ ਚਾਹੀਦੀਆਂ ਜਾਂ ਦੇਣੀਆਂ ਪੈਣਗੀਆਂ, ਫਰੈਂਚ ਅਤੇ ਇੰਗਲਿਸ਼। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿਹਾ ਕਿ ਜਿਹੜਾ ਇਹ ਬਹੁਤ ਫਰਸਟ੍ਰੇਸ਼ਨ ਵਾਲੀ ਗੱਲ ਆ ਜੋ CN ਰੇਲ ਦੇ ਨਾਲ ਹੋਇਆ ਆ। ਫਰੈਂਚ ਸਪੀਕਿੰਗ ਕੈਨੇਡੀਅਨ ਪੂਰੇ ਦੇਸ਼ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਨੈਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਰਿਫਲੈਕਸ਼ਨ ਹੋਣੀ ਚਾਹੀਦੀ ਹੈ, ਨਜ਼ਰ ਆਉਣੇ ਚਾਹੀਦੇ ਆ ਕਿ ਕੈਨੇਡਾ ਦੇ ਸਿਸਟਮ ਦੇ ਵਿੱਚ ਫਰੈਂਚ ਬੋਲਣ ਵਾਲੇ ਲੋਕ ਐਸੇ ਤਰ੍ਹਾਂ ਹੈਗੇ ਆ, ਪਰ CN ਰੇਲ ਦੇ ਵਿੱਚ ਕਿਉਂ ਨਹੀਂ ਹੋਇਆ, ਇਹ ਇੱਕ ਬਹੁਤ ਵੱਡਾ ਸਵਾਲ ਹੋ ਗਿਆ। ਕੰਟਰੋਵਰਸੀਜ਼ ਬਹੁਤ ਸਾਰੀਆਂ ਹੋਈਆਂ ਪਿਛਲੇ ਸਮੇਂ ਦੇ ਵਿੱਚ ਕਿ ਨਾਰਥ ਅਮਰੀਕਾ ਜਿਹਦੇ ਵਿੱਚ ਇੰਗਲਿਸ਼ ਸਪੀਕਰ ਬਹੁਤ ਸਾਰੇ ਆ, ਉੱਥੇ ਫਰੈਂਚ ਦੀ ਕੀ ਥਾਂ ਚਾਹੀਦੀ ਆ, ਇਹਦਾ ਅਫੀਸ਼ੀਅਲ ਲੈਂਗੁਏਜ ਦਾ ਸਟੇਟਸ ਜਿਹੜਾ ਹੋਣਾ ਚਾਹੀਦਾ, ਜਾਂ 1982 ਦੇ ਵਿੱਚ ਇਹਨੂੰ ਇਨਕਲੂਡ ਕੀਤਾ ਗਿਆ ਸੀ ਅਫੀਸ਼ੀਅਲ ਲੈਂਗੁਏਜ ਵੱਲੋਂ। ਅਤੇ ਹੁਣ ਜਿਹੜੇ ਫਰੈਂਚ ਲੈਂਗੁਏਜ ਵਾਲੇ ਆ ਉਹ ਕਹਿ ਰਹੇ ਆ ਕਿ 37 ਮਿਲੀਅਨ ਪਾਪੂਲੇਸ਼ਨ ਕੈਨੇਡਾ ਦੀ ਵਿੱਚੋਂ ਬਹੁਤ ਥੋੜ੍ਹੇ ਜਿਹੇ ਲੋਕ ਆ, ਜਿਹੜੇ 8 ਮਿਲੀਅਨ ਲੋਕ ਆ ਜਿਹੜੇ ਸਿਰਫ ਫਰੈਂਚ ਬੋਲ ਸਕਦੇ ਆ ਜਾਂ ਬਾਈਲਿੰਗੁਅਲ ਆ। 20% ਤੋਂ ਵੀ ਘੱਟ ਕੈਨੇਡੀਅਨ ਬਾਈਲਿੰਗੁਅਲ ਆ। ਫਿਰ ਇਹਦੇ ਅਫੀਸ਼ੀਅਲੀ ਵੀ ਇਹਨਾਂ ਨੂੰ ਲੈਂਗੁਏਜ ਨੂੰ ਬਰਾਬਰ ਦਾ ਦਰਜਾ ਅੰਗਰੇਜ਼ੀ ਦੇ ਦਿੱਤਾ ਆ, ਅਤੇ ਫਿਰ ਉਹ ਰਿਫਲੈਕਟ ਨਹੀਂ ਹੋ ਰਹੀ ਸੁਸਾਇਟੀ ਦੇ ਵਿੱਚ, ਕਮਿਊਨਿਟੀ ਦੇ ਵਿੱਚ ਜਾਂ ਦੇਸ਼ ਦੇ। ਉਹ ਕੁਛ ਥਾਵਾਂ ਜਿਹੜੀਆਂ ਰਾਖਵੀਆਂ ਰੱਖੀਆਂ ਆ ਕਿ ਇਸ ਥਾਂ ਦੇ ਉੱਤੇ ਫਰੈਂਚ ਤੋਂ ਬਿਨਾਂ ਨਹੀਂ ਸਰ ਸਕਦਾ, ਅਤੇ ਉਹ ਥਾਵਾਂ ਵੀ ਹੁਣ ਫਰੈਂਚ ਬੋਲਣ ਵਾਲਿਆਂ ਤੋਂ ਬਿਨਾਂ ਜਿਹੜੀ ਉਹਨਾਂ ਨਾਲ ਭਰੀਆਂ ਜਾ ਰਹੀਆਂ। ਇਹ ਫਰੈਂਚ ਭਾਸ਼ਾ ਦੇ ਜਿਹੜਾ ਸਪੋਰਟਰ ਨੇ ਉਹ ਇਹਦੇ ਬਾਰੇ ਗੱਲਬਾਤ ਵੀ ਕਰ ਰਹੇ ਆ ਕਿ ਜਿਹੜੀ ਜਸਟਿਨ ਟਰੂਡੋ ਦੀ ਵੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੱਖ ਤੋਂ ਵੀ ਜਿਹੜੀ ਇਹ ਜਿਹੜੀ ਇੱਕ ਹਿਪੋਕ੍ਰੇਸੀ ਆ ਕਿ ਦੋਗਲਾਪਨਾ ਜਿਹੜਾ ਸ਼ੋਅ ਕੀਤਾ ਜਾ ਰਿਹਾ, ਅਸਲ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਅਤੇ ਜਿਹੜਾ ਇਹ ਜਿਹੜੀ ਲੈਂਗੁਏਜ ਆ ਇਹਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ। ਜਿਹੜੀ ਕਾਨੂੰਨ ਤੌਰ ਦੇ ਉੱਤੇ ਕੁਛ ਮਾਨਤਾਵਾਂ ਨੇ ਉਹਨਾਂ ਨੂੰ ਮੰਨਣਾ ਚਾਹੀਦਾ। ਦੂਜੀ ਖਬਰ, ਅੱਜ ਕੈਨੇਡਾ ਦੇ ਵਿੱਚ ਜਿਹੜੀ 6ਵੀਂ ਵੇਵ COVID-19 ਦੀ ਆਈ ਆ, ਅਤੇ ਉਹਦੇ ਨਾਲ ਦੇਸ਼ ਦੇ ਜਿਹੜੇ ਵੱਡੇ ਹੌਸਪੀਟਲ ਆ, ਬੱਚਿਆਂ ਦੇ ਹੌਸਪੀਟਲ ਆ, ਉਹਦੇ ਉੱਤੇ ਇਸ ਵੇਲੇ ਪ੍ਰੈਸ਼ਰ ਪੈਣਾ ਸ਼ੁਰੂ ਹੋ ਗਿਆ। ਇਸ ਵੇਲੇ ਚਿਲਡਰਨ ਹੌਸਪੀਟਲ ਆਫ ਈਸਟਰਨ ਅੰਟਾਰੀਓ
ਜਿਹਨੂੰ CHEO ਕਹਿੰਦੇ ਆ, ਉਹਦੇ ਵਿੱਚ ਨਾਰਮਲੀ 150 ਪੇਸ਼ੈਂਟ ਰੋਜ਼ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਆਉਂਦੇ ਆ, ਪਰ ਇਹ ਗਿਣਤੀ ਇਸ ਵੇਲੇ ਡਬਲ ਹੋ ਚੁੱਕੀ ਆ ਔਰ ਕਈ ਘੰਟੇ ਲੰਮਾ ਵੇਟ ਟਾਈਮ ਹੋ ਚੁੱਕਾ ਆ। ਦੱਸਿਆ ਜਾ ਰਿਹਾ, ਉੱਥੋਂ ਦੀ ਵਾਈਸ ਪ੍ਰੈਜ਼ੀਡੈਂਟ ਇਹ ਜਾਣਕਾਰੀ ਦਿੱਤੀ ਆ ਕਿ ਜਿਹੜੀ 2/3 ਜਿਹੜੇ ਇਹ ਬੱਚੇ ਹੈਗੇ ਆ ਉਹ ਕੋਵਿਡ ਦੇ ਸਿੰਪਟਮ ਨਾਲ ਆ ਰਹੇ ਆ। ਬੱਚਿਆਂ ਨੂੰ ਬਹੁਤ ਸਾਰਾ ਜ਼ੁਕਾਮ, ਨਜ਼ਲਾ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ। ਕਿਹਾ ਜਾ ਰਿਹਾ ਕਿ ਇਹਦੇ ਸਿੰਪਟਮ ਫਲੂ ਵਰਗੇ ਹੈਗੇ ਆ, ਪਰ ਇਹਦੇ ਨਾਲ ਬਹੁਤ ਸਾਰੇ ਬੱਚੇ ਮਤਲਬ ਸਾਹ ਦੀ ਕਿਸੇ ਨਾ ਕਿਸੇ ਸੰਬੰਧਿਤ ਸਮੱਸਿਆ ਨਾਲ ਬੱਚੇ ਹਸਪਤਾਲ ਦੇ ਵਿੱਚ ਆ ਰਹੇ ਆ ਤੇ ਉਹਨਾਂ ਨੂੰ ਹੁਣ ਬਹੁਤ ਸਾਰੀਆਂ ਸਰਜਰੀਜ਼ ਕੈਂਸਲ ਕਰਨੀਆਂ ਪੈ ਰਹੀਆਂ। ਬਹੁਤੀ ਕੋਈ ਵੱਡੀ ਗੱਲ ਨਹੀਂ ਹੈ ਇਸ ਸਟੇਜ ਦੇ ਉੱਤੇ, ਐਡੀ ਕੋਈ ਉੱਥੇ ਬੋਝ ਨਹੀਂ। ਪਰ ਹੁਣ ਜਦੋਂ ਇਹ ਕਿਹਾ ਜਾ ਰਿਹਾ ਕਿ ਕੋਵਿਡ ਖਤਮ ਹੋ ਗਿਆ, ਕੋਵਿਡ ਦਾ ਕੋਈ ਮਤਲਬ ਨਹੀਂ ਹੈ, ਮਾਸਕ ਹਟ ਚੁੱਕੇ ਆ, ਜਿਹੜੀਆਂ ਰੈਸਟ੍ਰਿਕਸ਼ਨਸ ਹਟ ਚੁੱਕੀਆਂ, ਟਰੈਵਲ ਰੈਸਟ੍ਰਿਕਸ਼ਨਸ ਹਟ ਚੁੱਕੀਆਂ, ਉਹਦੇ ਬਾਵਜੂਦ ਇਹ ਸਮਾਂ ਆ ਜਾਵੇ ਕਿ ਉੱਥੋਂ ਦੀਆਂ ਜਿਹੜੀਆਂ ਜ਼ਰੂਰੀ ਬੱਚਿਆਂ ਦੀਆਂ ਸਰਜਰੀਜ਼ ਨੇ ਉਹਨਾਂ ਨੂੰ ਕੈਂਸਲ ਕਰਨਾ ਪਵੇ ਤਾਂ ਸੱਚਮੁੱਚ ਸਥਿਤੀ ਚਿੰਤਾ ਵਾਲੀ ਆ। ਵੀ 150 ਨਿਆਣਾ ਇੱਕ ਦਿਨ ਦੇ ਵਿੱਚ ਐਮਰਜੈਂਸੀ ਦੇ ਵਿੱਚ ਆਉਂਦਾ ਤੇ ਹੁਣ ਉਹ ਗਿਣਤੀ 300 ਤੋਂ ਟੱਪ ਚੁੱਕੀ ਆ। ਇਹ ਕਿਤੇ ਨਾ ਕਿਤੇ ਇੰਡੀਕੇਸ਼ਨ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਥੋੜ੍ਹੇ ਜਿਹੇ ਗੜਬੜ ਹੋ ਸਕਦੇ ਆ। ਬਹੁਤ ਸਾਰੇ ਵਲੰਟੀਅਰਸ ਉੱਥੇ ਤੇ ਸਾਰਾ ਕੁਝ ਇਸ ਮਾਮਲੇ ਦੇ ਵਿੱਚ ਆਪਣੀਆਂ ਸੇਵਾਵਾਂ ਵੀ ਦੇ ਰਹੇ ਆ। 10 ਤੋਂ 15% ਹਸਪੀਟਲ ਦੀ ਵਰਕਫੋਰਸ ਆਫ ਵਰਕ ਆ, ਮਤਲਬ ਇੱਕ ਪਾਸੇ ਤਾਂ ਗਿਣਤੀ ਵੱਧ ਗਈ, ਦੂਜੇ ਪਾਸੇ ਜਿਹੜੇ ਉੱਥੇ ਕੰਮ ਕਰਨ ਵਾਲੇ ਨੇ 10 ਤੋਂ 15% ਉਹ ਘਟ ਗਏ ਤੇ ਉਹਦੇ ਨਾਲ ਹੁਣ ਔਰ ਜਿਹੜਾ ਵੀ ਛੁੱਟੀ ਲੈ ਰਿਹਾ 10 ਦਿਨ ਦੀ ਛੁੱਟੀ ਲੈ ਰਿਹਾ, ਚਾਹੇ ਉਹਨੂੰ ਕੋਈ ਪ੍ਰੋਬਲਮ ਆ ਜਾਂ ਉਹਨੂੰ ਫਿਜ਼ੀਕਲ ਪ੍ਰੋਬਲਮ ਹੈਗੀ ਆ, ਇਹ ਫਲੂ ਵਰਗੇ ਸਿੰਪਟਮ ਨੇ, ਤਾਂ ਇਸ ਚੀਜ਼ ਨੇ ਉੱਥੇ ਜ਼ਿਆਦਾ ਪ੍ਰੈਸ਼ਰ ਇਸ ਵੇਲੇ ਪਾਇਆ ਆ। ਤੇ ਹਸਪੀਟਲ ਦੇ ਜਿਹੜੇ ਫਿਗਰਸ ਆ ਉਹ ਦੱਸ ਰਹੇ ਆ ਕਿ ਇੱਕ ਦਿਨ ਦੇ ਵਿੱਚ ਰਿਕਾਰਡ ਨੰਬਰ ਸਟਾਫ, ਮੈਡੀਕਲ ਸਟਾਫ, ਜਿਹੜੇ ਉੱਥੇ ਲਰਨਰ ਨੇ, ਵਲੰਟੀਅਰ ਨੇ ਜਾਂ ਦੂਜੇ ਹੈਗੇ ਨੇ, ਉਹ ਲਗਾਤਾਰ ਜਿਹੜੇ ਇੱਥੇ ਉਹਨਾਂ ਨੂੰ ਜਿਹੜਾ 199 ਉਹਨਾਂ ਦੀ ਗਿਣਤੀ ਜਨਵਰੀ ਤੋਂ ਹੁਣ ਤੱਕ ਦੱਸੀ ਜਾ ਰਹੀ ਆ ਇਸ ਸੀਜ਼ਨ ਦੇ ਵਿੱਚ। ਸੋ ਜਿਹੜਾ ਅਪ੍ਰੈਲ 11 ਨੂੰ 191 ਸੀਗੇ ਇਹ, ਤੇ ਫਿਰ ਵੀ ਜਿਹੜੀ ਹਜੇ ਤੱਕ ਇਹ ਸਟਾਫ ਸ਼ਾਰਟੇਜ ਜਿਹੜੀ ਆ ਇੰਨੀ ਜ਼ਿਆਦਾ ਉੱਥੇ ਹੋਈ ਆ ਕਿ 191 ਸਟਾਫ ਸ਼ਾਰਟ ਆ। ਬੱਚਿਆਂ ਨੂੰ ਕੋਵਿਡ ਹੋ ਰਿਹਾ, ਇਲਨੈਸ ਦੇ ਨਾਲ ਆ ਰਿਹਾ। ਇਸੇ ਤਰ੍ਹਾਂ ਜਿਹੜਾ ਸਸਕਾਚਵਨ ਹੈਲਥ ਕੇਅਰ ਫੈਸਿਲਿਟੀਜ਼ ਆ ਉਹ ਬਹੁਤ ਜ਼ਿਆਦਾ ਬੱਚਿਆਂ ਦੇ ਵਿੱਚ ਜਿਹੜੀ ਹਸਪੀਟਲਾਈਜੇਸ਼ਨ ਦੇ ਨਾਲ ਡੀਲ ਕਰ ਰਹੇ ਆ। ਉਹਨਾਂ ਦਾ ਡਾਟਾ ਦੱਸ ਰਿਹਾ ਕਿ 417 ਬੱਚੇ ਹਸਪਤਾਲ ਦੇ ਵਿੱਚ ਕੋਵਿਡ-19 ਦੇ ਨਾਲ ਆਏ ਆ ਤੇ ਇਹ ਜਿਹੜੀਆਂ ਉਹਨਾਂ ਦੀ ਸਾਹ ਦੀਆਂ ਜਿਹੜੀਆਂ ਅਪਰ ਰੈਸਪੀਰੇਟਰੀ ਇਲਨੈਸ ਆ ਉਹਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਕੰਪਲੀਕੇਸ਼ਨਸ ਨੇ ਕਿ ਸਾਹ ਨਹੀਂ ਆਉਂਦਾ, ਰੇਸ਼ਾ ਆ, ਜ਼ੁਕਾਮ ਆ, ਉਹਦੇ ਨਾਲ ਸੰਬੰਧਿਤ ਬਹੁਤ ਸਾਰੇ ਬੱਚੇ ਹਸਪੀਟਲ ਦੇ ਵਿੱਚ ਆ ਰਹੇ ਆ। ਇਸ ਸਟੇਜ ਦੇ ਉੱਤੇ ਜਿਹੜਾ ਇੱਦਾਂ ਗਿਣਤੀ ਦਾ ਵਧਣਾ ਦਾਖਲੇ ਦਾ, ਤੇ ਜਿਹੜਾ ਆਪਣੇ ਇੱਥੇ BC ਚਿਲਡਰਨ ਹਸਪੀਟਲ ਆ ਵੈਨਕੂਵਰ ਦੇ ਵਿੱਚ, ਉਹਦੇ ਵਿੱਚ ਵੀ ਇੱਕ ਮਿਕਸ ਜੇ ਬੱਚੇ ਜਿਹੜੇ ਐਮਰਜੈਂਸੀ ਦੇ ਵਿੱਚ ਆ ਰਹੇ ਆ, ਕੋਵਿਡ-19 ਵੀ ਆ ਉਹਨਾਂ ਨੂੰ ਤੇ ਸਾਹ ਦੀਆਂ ਕੁਝ ਹੋਰ ਸਮੱਸਿਆਵਾਂ ਵੀ ਆ। ਜਿਹੜੇ ਇਹ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਇਹ ਅੱਜ ਕੱਲ੍ਹ ਵਧਿਆ ਹੈ। ਫਰਵਰੀ ਦੇ ਵਿੱਚ 76 ਬੱਚੇ ਟੈਸਟ ਪੋਜ਼ਿਟਿਵ ਹੋਏ ਸੀ ਕੋਵਿਡ-19 ਦੇ ਇੱਥੇ ਆਪਣੇ ਹਸਪੀਟਲ ਦੇ ਵਿੱਚ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ। ਜਿਹੜੇ 29 ਸੀਗੇ ਉਹ ਕਿਸੇ ਹੋਰ ਉਹਨਾਂ ਨੂੰ ਰੈਸਪੀਰੇਟਰੀ ਇਲਨੈਸ ਸੀਗੀ। ਅਗਲੇ ਮਹੀਨੇ ਦੇ ਵਿੱਚ 37 ਬੱਚਿਆਂ ਨੂੰ ਕੋਵਿਡ-19 ਹੋਇਆ ਤੇ 72 ਜਿਹੜੇ ਸੀਗੇ ਉਹਨਾਂ ਨੂੰ ਖੰਘ, ਜ਼ੁਕਾਮ ਜਾਂ ਇੱਦਾਂ ਦੀ ਕੋਈ ਸਮੱਸਿਆ, ਇਨਫਲੂਐਂਜ਼ਾ ਜਾਂ ਜਿਹੜਾ ਇਹ ਫਲੂ ਜਿਹਨੂੰ ਕਹਿੰਦੇ ਆ ਉਹ ਹੋਇਆ ਆ। ਇੱਥੇ ਵੀ ਜਿਹੜੇ ਬਿਮਾਰੀ ਆ ਉਹ ਵੱਡਿਆਂ ਦੇ ਵਿੱਚ ਵੀ ਉਸੇ ਤਰ੍ਹਾਂ ਫੈਲ ਰਹੀ ਆ ਤੇ ਜਿਹਦਾ ਕਿ ਸਿੱਧਾ ਅਸਰ ਫਿਰ ਚਾਹੇ ਉਹ BC ਚਿਲਡਰਨਸ ਹਸਪੀਟਲ ਆ ਇਹਦੇ ਉੱਤੇ ਪੈ ਰਿਹਾ ਕਿ ਸਟਾਫ ਛੁੱਟੀ ਦੇ ਉੱਤੇ ਜਾ ਰਿਹਾ, ਬੱਚਿਆਂ ਦਾ ਦਾਖਲਾ ਵੱਧ ਰਿਹਾ ਆ ਤੇ ਅਲਟੀਮੇਟਲੀ ਸਰਜਰੀਜ਼ ਜਿਹੜੀਆਂ ਉਹ ਕੈਂਸਲ ਕਰਨੀਆਂ ਪੈ ਰਹੀਆਂ। ਮਤਲਬ ਇਹ ਵਿਜ਼ਿਟਸ ਜਿਹੜੀਆਂ ਹੈਗੀਆਂ ਪ੍ਰੀ ਪੈਂਡੈਮਿਕ ਲੈਵਲ ਜਿਹੜੇ ਪ੍ਰੀ ਪੈਂਡੈਮਿਕ ਲੈਵਲ ਦੇ ਉੱਤੇ ਪਹੁੰਚ ਚੁੱਕੀਆਂ। ਲਗਭਗ ਉੱਦਾਂ ਦੀ ਸਿਚੁਏਸ਼ਨ ਲਾਰਜੈਸਟ ਹੈਲਥ ਕੇਅਰ ਸਿਸਟਮ ਕੈਨੇਡਾ ਦਾ ਜਿਹੜਾ ਸੈਂਟਰ ਫॉर ਯੂਥ ਆ, ਟੋਰਾਂਟੋ ਹਸਪੀਟਲ ਫॉर ਸਿਕ ਚਿਲਡਰਨ, ਜਿਹਨੂੰ ਸਿਕ ਕਿਡਸ ਵੀ ਕਹਿੰਦੇ ਆ, ਉਹਦੇ ਵਿੱਚ ਵੀ ਲਗਭਗ ਇਹੋ ਜਿਹੀ ਸਥਿਤੀ ਇਸ ਵੇਲੇ ਬਣ ਚੁੱਕੀ ਆ। ਸੋ ਇਸ ਵੇਲੇ ਜਿੱਥੇ ਇੱਕ ਪਾਸੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਕੋਵਿਡ ਚਲੇ ਗਿਆ, ਸਾਰਾ ਕੁਝ ਠੀਕ ਠਾਕ ਹੋ ਚੁੱਕਾ, ਉੱਥੇ ਹੀ ਬੱਚਿਆਂ ਦੇ ਵਿੱਚ ਜਿਹੜਾ ਵੈਕਸੀਨੇਸ਼ਨ ਰੇਟ ਘੱਟ ਹੋਣ ਕਰਕੇ ਇਹ ਸਮੱਸਿਆਵਾਂ ਦੱਸਿਆ ਜਾ ਰਹੀ ਆ। ਪੂਰੇ ਕੈਨੇਡਾ ਦੇ ਵਿੱਚ 40% ਬੱਚੇ ਆ ਜਿਹੜੇ 5 ਤੋਂ 11 ਸਾਲ ਦੇ ਫੁੱਲੀ ਵੈਕਸੀਨੇਟਡ ਹੈਗੇ ਆ ਤੇ ਜਦੋਂ ਉਹਨਾਂ ਦੀ ਵੈਕਸੀਨੇਸ਼ਨ ਪੂਰੀ ਨਹੀਂ ਹੋਈ ਤਾਂ ਉਹ ਇੱਕ ਜਿਹੜੀ ਸਮੱਸਿਆ ਹਮੇਸ਼ਾ ਹੈਗੀ ਆ ਤੇ ਉਹਦਾ ਅਸਰ ਹਸਪੀਟਲ ਦੇ ਵਿੱਚ ਇਸ ਵੇਲੇ ਦੇਖਣ ਨੂੰ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ। ਪੈਂਡੈਮਿਕ ਦੇ ਵਿੱਚ 2-3 ਆਰਥਿਕਤਾ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਵਾਪਰੀਆਂ ਕਿ ਜਿਹੜੇ ਇੰਟਰਸਟ ਰੇਟ ਸੀਗੇ ਉਹ ਕਾਫੀ ਘਟ ਗਏ ਸੀ। ਹੁਣ ਉਸ ਵੇਲੇ ਲੋਕਾਂ ਨੇ ਪੈਸਾ ਇਨਵੈਸਟ ਕੀਤਾ ਆਪਣਾ, ਮਹਿੰਗਾਈ ਦੀ ਦਰ ਬਹੁਤ ਘੱਟ ਸੀਗੀ। ਹੁਣ ਇੱਕ ਜਿਹੜੀ ਗੱਲਬਾਤ ਸਾਹਮਣੇ ਆਈ ਹੈ ਉਹਦੇ 'ਚੋਂ ਇਹ ਪਤਾ ਲੱਗ ਰਿਹਾ ਕਿ ਕੈਨੇਡਾ ਦੇ ਵਿੱਚ ਲੋਕਾਂ ਦੇ ਬਟੂਏ ਕੈਸ਼ ਨਾਲ, ਡਾਲਰਾਂ ਨਾਲ ਭਰੇ ਪਏ ਆ ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹਨੂੰ ਇਨਵੈਸਟ ਕਿੱਥੇ ਕਰਨਾ।
ਕਈ ਵਾਰੀ ਬੰਦਾ ਆਪਣੇ ਪੈਸੇ ਨੂੰ ਇਨਵੈਸਟ ਕਰਦਾ ਕਿਤੇ ਮਨੀ ਨੂੰ ਰੀਅਲ estate ਦੇ ਵਿੱਚ ਇੱਧਰ ਉੱਧਰ ਬੌਂਡ ਬਾਏ ਕਰਦਾ, ਪਰ ਇੱਕ ਸਟੇਜ ਹੁੰਦੀ ਆ ਕਿ ਇੱਕ ਗਿਣਤੀ ਹੁੰਦੀ ਆ ਜਿਹੜੀ ਕੈਸ਼ ਮਨੀ ਲੋਕਾਂ ਦੇ ਕੋਲ ਹੈਗੀ ਆ। ਇਸ ਵੇਲੇ ਦੱਸਿਆ ਜਾ ਰਿਹਾ ਕਿ 113 ਬਿਲੀਅਨ ਫਿਜ਼ੀਕਲ ਮਨੀ ਕੈਨੇਡਾ ਦੇ ਵਿੱਚ ਸਰਕੂਲੇਸ਼ਨ ਦੇ ਵਿੱਚ ਆ, ਤੇ ਜਿਹੜੀ 25% ਪ੍ਰੀ ਪੈਂਡੈਮਿਕ ਲੈਵਲ ਤੋਂ ਉੱਪਰ ਆ। ਜਦੋਂ ਕੋਵਿਡ ਆਉਣਾ ਸੀ ਉਹ ਤੋਂ ਪਹਿਲਾਂ ਜਿੰਨੇ ਪੈਸੇ ਲੋਕਾਂ ਦੇ ਬਟੂਆਂ ਦੇ ਵਿੱਚ, ਜਿੰਨੇ ਡਾਲਰ ਲੋਕਾਂ ਦੇ ਬਟੂਏ ਵਿੱਚ ਸੀਗੇ ਫਿਜ਼ੀਕਲ ਮਨੀ, ਇੱਕ ਤਾਂ ਲੋਕਾਂ ਦੀ ਪ੍ਰੋਪਰਟੀ ਬਣ ਗਈ ਨਾ ਕਿ ਇੰਨੇ ਦੀ ਹੋ ਗਈ ਇੰਨੇ ਦੀ ਹੋ ਗਈ, ਜਿਹੜੀ ਫਿਜ਼ੀਕਲ ਮਨੀ ਡਾਲਰ ਤੁਹਾਡੇ ਬਟੂਏ ਦੇ ਵਿੱਚ ਸੀਗੇ ਪ੍ਰੀ ਪੈਂਡੈਮਿਕ ਦੇ ਵਿੱਚ, ਤੇ ਹੁਣ ਉਹਦੇ ਨਾਲੋਂ 25% ਜ਼ਿਆਦਾ ਕੈਨੇਡਾ ਦੇ ਵਿੱਚ ਲੋਕਾਂ ਦੇ ਬਟੂਏ ਜਿਹੜੇ ਇਹਦੇ ਨਾਲ ਭਰੇ ਆ। ਤੇ ਸਮਝ ਇਹ 1960 ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਇਸ ਪੱਧਰ ਤੱਕ 113 ਬਿਲੀਅਨ ਡਾਲਰ ਦਾ ਜਿਹੜਾ ਫਿਜ਼ੀਕਲ ਮਨੀ ਆ ਉਹ ਕੈਨੇਡਾ ਦੇ ਵਿੱਚ ਸਰਕੂਲੇਸ਼ਨ ਦੇ ਵਿੱਚ ਆ। ਸੋ ਇਸ ਵੇਲੇ ਇਹ ਵੀ ਆਪਣੇ ਆਪ ਦੇ ਇੱਕ ਬਹੁਤ ਹੈਰਾਨੀ ਵਾਲੀ ਗੱਲ ਆ। ਜਿਹੜੀ ਜਦੋਂ ਪੈਂਡੈਮਿਕ ਹੋਈ ਸੀ ਉਹਦੇ ਵਿੱਚ ਅਰਲੀ ਸਟੇਜਿਸ ਦੇ ਉੱਤੇ ਬਹੁਤ ਕੁਛ ਲੋਕਾਂ ਨੇ ਦੇਖਿਆ ਸੀ ਕਿ ਜਿਹੜੀ ਕੈਸ਼ ਹੋਲਡਿੰਗ ਆ ਉਹਨੂੰ ਕਿਸ ਤਰੀਕੇ ਨਾਲ ਰੱਖਣਾ ਆ। ਜਿਹੜੀ ਟ੍ਰੈਂਡ ਤੋਂ ਅਜੇ ਵੀ ਜਿਹੜੀ ਇਹ ਕੈਸ਼ ਹੋਲਡਿੰਗ ਆ ਲੋਕਾਂ ਦੀ ਜ਼ਿਆਦਾ ਆ। 2 ਸਾਲ ਪਹਿਲਾਂ ਜਿਹੜਾ ਕੈਸ਼ ਹੋਣਾ ਕੋਲ ਉਹਦੇ ਨਾਲ ਠੀਕ ਸੀਗਾ, ਇੰਟਰਸਟ ਰੇਟ ਲਗਭਗ 0 ਦੇ ਉੱਤੇ ਸੀਗਾ, ਤੇ ਇਨਫਲੇਸ਼ਨ ਜਿਹੜੀ ਉਹ ਮਹਿੰਗਾਈ ਇੰਨੀ ਜ਼ਿਆਦਾ ਨਹੀਂ ਸੀ। ਉਹਦੇ ਤੋਂ ਬਾਅਦ ਦੋਵਾਂ ਫਰੰਟਸ ਦੇ ਉੱਤੇ ਤਬਦੀਲੀ ਆਈ। ਇੱਕ ਪਾਸੇ ਤਾਂ ਮਹਿੰਗਾਈ ਵਧਣੀ ਸ਼ੁਰੂ ਹੋ ਗਈ, 6% ਦੇ ਨੇੜੇ ਪਹੁੰਚ ਗਈ 3 ਮਹੀਨਿਆਂ ਦੇ ਵਿੱਚ, 2022 ਦੇ ਪਹਿਲੇ 3 ਮਹੀਨਿਆਂ ਦੇ ਵਿੱਚ। ਤੇ ਜਿਹੜਾ 5 ਈਅਰ ਗਵਰਨਮੈਂਟ ਆਫ ਕੈਨੇਡਾ ਦਾ ਬੌਂਡ ਆ ਉਹ 2.8% ਦੇ ਉੱਤੇ ਪਹਿਲੀ ਵਾਰੀ 2011 ਤੋਂ ਬਾਅਦ ਪਹੁੰਚਿਆ। ਹੁਣ ਇਸ ਵੇਲੇ ਲੋਕਾਂ ਨੂੰ ਇਹ ਲੱਗ ਰਿਹਾ ਕਿ ਜਿਹੜੀ ਮਨੀ ਉਹਨਾਂ ਦੀ ਜੇਬ ਦੇ ਵਿੱਚ ਪਈ ਆ ਉਹਦੇ ਨਾਲ ਤਾਂ ਨੈਗੇਟਿਵ ਰਿਟਰਨ ਆ ਰਹੀ ਆ। ਜਿਹੜੇ ਵਿਆਜ ਦਰ ਨੇ ਜਾਂ ਮਹਿੰਗਾਈ ਆ ਇਹ ਨਾਲੋਂ ਨਾਲ ਚੱਲਦੀ ਆ। ਜੇ ਮਹਿੰਗਾਈ 6% ਜਾਂ 5% ਦੇ ਉੱਤੇ ਹੈਗੀ ਆ, ਤੇ ਜੇ ਤੁਹਾਡੇ ਕੋਲ ਜਿਹੜੀ ਮਨੀ ਪਈ ਆ ਉਹਦਾ ਵਿਆਜ ਤੁਹਾਨੂੰ 5-6% ਤੋਂ ਜ਼ਿਆਦਾ ਮਿਲ ਰਿਹਾ, ਤਾਂ ਉਹ ਤੁਹਾਡੀ ਮਨੀ ਦਾ ਕੋਈ ਫਾਇਦਾ ਆ, ਤੁਹਾਨੂੰ ਉਹਦਾ ਕੋਈ ਬੈਨੀਫਿਟ ਹੋ ਰਿਹਾ। ਅਦਰਵਾਈਜ਼ ਉਹਦੀ ਕੀਮਤ, ਉਹਦੀ ਵੈਲਿਊ ਘਟੀ ਜਾਂਦੀ ਆ ਉਨੇ ਸਾਲਾਂ ਬਾਅਦ। ਤੇ ਜਿਹੜੀ ਇਹ ਕੈਸ਼ ਪੈਸਾ ਲੋਕਾਂ ਦੇ ਕੋਲ ਇਸ ਵੇਲੇ ਪਿਆ, ਦੱਸਿਆ ਜਾ ਰਿਹਾ ਕਿ ਇਹਦੀ ਵੈਲਿਊ ਇਸੇ ਤਰ੍ਹਾਂ ਘਟ ਰਹੀ ਆ। ਤੇ ਲੋਕਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਇਹਦੇ ਨਾਲ ਕੀ ਕਰੀਏ। ਜਦੋਂ ਤੁਹਾਨੂੰ ਪਤਾ ਕਿ 2020 ਦੀ ਸਪਰਿੰਗ ਸ਼ੁਰੂ ਹੋਈ ਸੀ, ਪੂਰਾ ਦੇਸ਼ ਲੋਕਡਾਊਨ ਦੇ ਵਿੱਚ ਸੀਗਾ, ਗਰੋਸਰੀ ਸਟੋਰ ਦੀਆਂ ਸ਼ੈਲਫਸ ਦੇ ਉੱਤੇ ਲੱਭਦਾ ਕੁਛ ਨਹੀਂ ਸੀ। ਲੋਕਾਂ ਨੇ ਥੋੜ੍ਹਾ ਜਿਹਾ ਕੈਸ਼ ਹੋਲਡ ਕਰ ਲਿਆ ਕਿ ਇਨ ਕੇਸ ਕੋਈ ਇੱਦਾਂ ਦੀ ਗੱਲਬਾਤ ਹੁੰਦੀ ਆ, ਸਾਡੇ ਕੋਲ ਥੋੜ੍ਹਾ ਬਹੁਤਾ ਕੈਸ਼ ਹੋਣਾ ਚਾਹੀਦਾ, ਕਿਉਂਕਿ ਹਾਲਾਤ ਪਤਾ ਨਹੀਂ ਸੀ ਕਿੱਧਰ ਨੂੰ ਜਾਂਦੇ ਆ। ਤੇ ਉਹ ਕੈਸ਼ ਸਾਂਭਦੇ ਹੁਣ ਇਸ ਵੇਲੇ ਸਥਿਤੀ ਇਹ ਚੁੱਕੀ ਆ, ਜਿੱਦਾਂ ਪੈਂਡੈਮਿਕ ਜਿਹੜੀ ਆ ਡਰੈਗ ਕਰ ਗਈ, ਨੈਸ਼ਨਲ ਲੈਵਲ ਦੇ ਉੱਤੇ ਹਾਊਸ ਹੋਲਡ ਫਾਈਨੈਂਸਿਸ ਇੰਪਰੂਵ ਕਰ ਗਏ, ਕਿਉਂਕਿ ਸਰਕਾਰ ਦੀ ਜਿਹੜੀ ਸਪੋਰਟ ਬਹੁਤ ਜ਼ਿਆਦਾ ਸੀਗੀ, ਤੇ ਪੂਰਾ ਦਾ ਪੂਰਾ ਕੈਸ਼ ਮਤਲਬ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਿਆ। ਤੇ ਹੁਣ ਉਹੀ ਕੈਸ਼ ਜੇ ਕੋਲ ਰੱਖਦੇ ਆ ਤਾਂ ਉਹਦੀ ਵੈਲਿਊ ਉਨੀ ਮਨੀ ਦੀ ਘਟਦੀ ਆ, ਤੇ ਜੇ ਉਹਨੂੰ ਇਨਵੈਸਟ ਕਰਦੇ ਆ ਤਾਂ ਹਜੇ ਤੱਕ ਪਤਾ ਨਹੀਂ ਲੱਗ ਰਿਹਾ ਕਿ ਇਨਵੈਸਟ ਕਿਹੜੇ ਪਾਸੇ ਕੀਤਾ ਜਾਵੇ। ਪਰ ਏਅਰਪੋਰਟ ਇਸ ਵੇਲੇ ਇੰਨਾ ਜ਼ਰੂਰ ਦੱਸਦੀ ਹੈ ਕਿ ਕੈਨੇਡਾ ਦੇ ਵਾਸੀਆਂ ਦੀ ਜਿਹੜੇ ਕੈਸ਼ ਮਨੀ ਹੈ ਇਸ ਵੇਲੇ ਇਹਨਾਂ ਦੇ ਕੋਲ ਕਾਫੀ ਜ਼ਿਆਦਾ ਹੈ, ਜਿਹਦੇ ਬਾਰੇ ਸੋਚ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਕੀਤਾ ਜਾਵੇ। ਚੀਨ ਦੇ ਵਿੱਚ ਲਗਾਤਾਰ ਇਹ ਗੱਲਬਾਤ ਚੱਲੀ ਆ ਕਿ ਕੋਵਿਡ ਉੱਥੋਂ ਸ਼ੁਰੂ ਹੋਇਆ ਸੀ। ਹੁਣ ਇਸ ਵੇਲੇ ਚੀਨ ਦੀ ਰਾਜਧਾਨੀ ਬੀਜਿੰਗ ਦੇ ਵਿੱਚ ਮਾਸ ਟੈਸਟਿੰਗ ਸ਼ੁਰੂ ਹੋ ਚੁੱਕੀ ਆ। 3 ਮਿਲੀਅਨ ਲੋਕ ਸੋਮਵਾਰ ਨੂੰ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਅੱਜ ਬੰਦ ਕਰ ਦਿੱਤੇ ਕਿ ਅਸੀਂ ਜਿਹੜੀ ਇੱਥੇ ਸ਼ੰਘਾਈ ਸਟਾਈਲ ਲੋਕਡਾਊਨ ਲਾ ਦਿੱਤਾ ਗਿਆ। ਤੁਹਾਨੂੰ ਪਤਾ ਸ਼ੰਘਾਈ ਦੇ ਵਿੱਚ ਲੋਕਡਾਊਨ ਲੱਗਾ ਤੇ ਉਹਨੇ ਬਹੁਤ ਸਾਰੀ ਸਮੱਸਿਆ ਲੋਕਾਂ ਦੇ ਵਿੱਚ ਪੈਦਾ ਕੀਤੀ ਸੀ। 70 ਕੇਸ ਇੱਥੋਂ ਮਿਲੇ ਆ, 21 ਜਿਹੜੇ ਮਿਲੀਅਨ ਹੁਣ ਤੱਕ ਜਿਹੜੀ ਨਵੀਂ ਆਊਟਬ੍ਰੇਕ ਹੋਈ ਆ ਫਰਾਈਡੇ ਨੂੰ ਅਥਾਰਟੀਜ਼ ਜੋ ਕੁਛ ਦੱਸ ਰਹੀਆਂ ਆ, ਤੇ 21 ਮਿਲੀਅਨ ਤੋਂ ਜ਼ਿਆਦਾ ਲੋਕਾਂ ਦੇ ਸ਼ਹਿਰ ਵਿੱਚ 70 ਕੇਸ ਮਿਲੇ ਆ। ਤੇ ਉਹਦੇ ਤੋਂ ਬਾਅਦ ਪਰ ਜਿਹੜੀ ਜ਼ੀਰੋ ਕੋਵਿਡ ਅਪਰੋਚ ਆ ਉਹਨੇ ਇਹਨਾਂ ਨੇ ਕਿਹਾ ਵੀ ਅਸੀਂ ਇਸ ਵਾਇਰਸ ਨੂੰ ਫਰਦਰ ਨਹੀਂ ਫੈਲਣ ਦੇਣਾ। ਕੁਛ ਜਿਹੜੇ ਲੋਕ ਆ ਉਹ ਘਰਾਂ ਦੇ ਉੱਤੋਂ ਕੰਮ ਕਰ ਰਹੇ ਆ, ਬਹੁਤ ਸਾਰਿਆਂ ਨੇ ਘਰਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ, ਇਨਡੋਰ ਬੰਦ ਹੋ ਗਏ ਆ ਉਹ। ਤੇ ਉਹਦੇ ਤੋਂ ਬਾਅਦ ਜਿਹੜਾ ਕੁਛ ਉੱਥੇ ਹੋਰ ਸ਼ਹਿਰ ਜਿਵੇਂ ਅਨਿਆਗ ਸ਼ਹਿਰ ਆ ਸੈਂਟਰਲ ਚਾਈਨਾ ਦੇ ਵਿੱਚ, ਡੋਂਗਡੋਂਗ ਆ ਉਹਦੇ ਵਿੱਚ ਨਾਰਥ ਕੋਰੀਆ ਦੇ ਬਾਰਡਰ ਵਾਲੇ ਪਾਸੇ, ਉਹਨਾਂ ਨੇ ਲੋਕਡਾਊਨ ਓਮਿਕਰੋਨ ਵੇਰੀਐਂਟ ਦੇ ਨਾਲ ਪਹਿਲਾਂ ਹੀ ਕਰ ਦਿੱਤਾ। ਸ਼ੰਘਾਈ ਜਿਹੜਾ ਕਿ ਪਹਿਲਾਂ ਲੋਕਡਾਊਨ ਦੇ ਵਿੱਚ 2 ਹਫ਼ਤੇ ਤੋਂ ਜ਼ਿਆਦਾ ਸਮਾਂ ਰਿਹਾ, ਜਿੱਥੇ 19,000 ਨਵੀਂ ਇਨਫੈਕਸ਼ਨ ਆਈਆਂ, 51 ਮੌਤਾਂ ਹੋਈਆਂ ਪਿਛਲੇ 24 ਘੰਟਿਆਂ ਦੇ ਸਮੇਂ ਦੇ ਵਿੱਚ। ਤੇ ਜਿਹੜਾ ਪੂਰੀ ਮੌਤਾਂ ਦੀ ਗਿਣਤੀ ਆ ਉੱਥੇ ਆਊਟਬ੍ਰੇਕ ਤੋਂ ਬਾਅਦ 138 ਹੋ ਗਈ ਹੈ। ਤੇ ਹੁਣ ਉੱਥੇ ਜਿਹੜੀਆਂ ਉਹਨਾਂ ਦੀਆਂ ਸੁਪਰ ਮਾਰਕੀਟ ਦੇ ਨਾਲ ਜਿਹੜੀਆਂ ਲੋਕ ਸੀਗੇ, ਨੂਡਲਸ, ਵੈਜੀਟੇਬਲਸ, ਹੋਰ ਫੂਡ ਆਈਟਮਸ ਘਰਾਂ ਦੇ ਵਿੱਚ ਉਹਨਾਂ ਨੇ ਜ਼ਿਆਦਾ ਬਾਇੰਗ ਸ਼ੁਰੂ ਕਰ ਦਿੱਤੀ। ਲੋਕ ਡਰੇ ਪਏ ਆ, ਜਿਹੜਾ ਜਿੰਨਾ ਖਰੀਦਦਾ ਸੀ ਪਹਿਲਾਂ ਉਹਦੇ ਤੋਂ ਜ਼ਿਆਦਾ ਖਰੀਦ ਰਿਹਾ।
ਤੇ ਬਹੁਤ ਸਾਰੇ ਮਿਲੀਅਨਸ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਟੈਸਟਿੰਗ ਕੀਤੀ ਜਾ ਰਹੀ ਆ। ਸੋ ਪਹਿਲਾਂ ਸ਼ੰਘਾਈ ਤੋਂ ਬਾਅਦ ਹੋਰ, ਤੇ ਫਿਰ ਬੀਜਿੰਗ, ਤੇ ਫਿਰ ਇਹ ਗੱਲ ਵੱਧਦੀ ਪੂਰੇ ਚੀਨ ਦੇ ਵਿੱਚ ਜਿਸ ਤਰੀਕੇ ਨਾਲ ਫੈਲ ਰਹੀ ਆ, ਇਹਨੇ ਸਿਰਫ ਚੀਨ ਨੂੰ ਚਿੰਤਾ ਦੇ ਵਿੱਚ ਨਹੀਂ ਪਾਇਆ, ਇਹਨੂੰ ਦੁਨੀਆ ਨੂੰ ਚਿੰਤਾ ਦੇ ਵਿੱਚ ਪਾਇਆ ਆ। ਇੱਕ ਪਾਸੇ ਚੀਨ ਦੇ ਲੋਕਾਂ ਦੀਆਂ ਸਮੱਸਿਆਵਾਂ ਆ, ਉਹ ਆਪਣਾ ਜਿਹੜਾ ਰੋਜ਼ਾਨਾ ਦੀਆਂ ਕੰਮਕਾਰ ਉਹ ਹੀ ਨਹੀਂ ਕਰ ਸਕੇ, ਤੇ ਦੂਜਾ ਉਹਨਾਂ ਦੇ ਨਾਲ ਇਸ ਵੇਲੇ ਜਿਸ ਤਰ੍ਹਾਂ ਲੋਕਡਾਊਨ ਲੱਗਿਆ ਉਹਦੇ ਨਾਲ ਦੁਨੀਆ ਨੂੰ ਫਿਕਰ ਆ ਕਿ ਕਿਤੇ ਇੱਦਾਂ ਨਾ ਹੋਵੇ ਕਿ ਜੋ ਕੁਝ ਪਹਿਲਾਂ ਵਾਪਰਿਆ ਸੀ ਉਹੀ ਕੁਝ ਹੁਣ ਵਾਪਰ ਜਾਵੇ। ਕੋਵਿਡ ਦੇ ਮਾਮਲੇ ਵਿੱਚ ਅੱਜ ਤੋਂ ਕੈਨੇਡਾ ਦੇ ਕੁਝ ਨਿਯਮਾਂ ਦੇ ਵਿੱਚ ਢਿੱਲ ਮਿਲ ਗਈ ਹੈ, ਜਿਹਦੀ ਕਿ ਅਨਾਊਂਸਮੈਂਟ ਪਹਿਲਾਂ ਹੋ ਚੁੱਕੀ ਸੀ। ਨਵੇਂ ਜਿਹੜੇ ਟਰੈਵਲ ਰੂਲ ਹੈਗੇ ਆ ਉਹ ਕ੍ਰਾਸ ਕੈਨੇਡਾ 25 ਅਪ੍ਰੈਲ ਤੋਂ ਅੱਜ ਦੇ ਦਿਨ ਤੋਂ ਅਸਰ ਦੇ ਵਿੱਚ ਆ ਗਏ ਆ, ਤੇ ਟਰੈਵਲ ਏਜੰਟ ਪ੍ਰੈਡਿਕਟ ਕਰ ਰਹੇ ਆ ਕਿ ਇਹਨਾਂ ਤਬਦੀਲੀਆਂ ਦੇ ਨਾਲ ਬੁਕਿੰਗ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਬਹੁਤ ਸਾਰਾ ਵਾਧਾ ਹੋਊਗਾ, ਜਿਹਦੇ ਨਾਲ ਕਿ ਲੋਕ ਜ਼ਿਆਦਾ ਟਰੈਵਲ ਇਸ ਵੇਲੇ ਕਰ ਰਹੇ ਆ। ਜਿਹੜੇ ਡੋਮੈਸਟਿਕ ਟਰੈਵਲ ਦੇ 2 ਸੀਜ਼ਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਪਿੱਛਿਆਂ ਦੇ ਉੱਤੇ, ਤੇ ਇਸ ਵੇਲੇ ਇੰਡਸਟਰੀ ਦੇ ਵਿੱਚ ਲੋਕ ਜੀ ਐਂ ਕਹਿ ਰਹੇ ਆ ਅੱਜ ਤੋਂ ਬੱਚੇ ਜਿਹੜੇ 12 ਸਾਲ ਤੋਂ ਘੱਟ ਉਮਰ ਦੇ ਨੇ ਉਹਨਾਂ ਨੂੰ ਪ੍ਰੀ ਐਂਟਰੀ ਕੋਵਿਡ-19 ਟੈਸਟ ਕੈਨੇਡਾ ਦੇ ਵਿੱਚ ਆਉਣ ਦੇ ਲਈ ਨਹੀਂ ਚਾਹੀਦਾ ਜੇ ਉਹ ਆਪਣੇ ਫੁੱਲੀ ਵੈਕਸੀਨੇਟਡ ਅਡਲਟ ਦੇ ਨਾਲ ਟਰੈਵਲ ਕਰ ਰਹੇ ਆ। ਬਹੁਤ ਸਾਰੀਆਂ ਫੈਮਲੀਜ਼ ਜਿਨ੍ਹਾਂ ਨੇ ਆਪਣੇ ਆਪ ਨੂੰ ਰੋਕਿਆ ਸੀ ਇਸ ਥਾਂ ਦੇ ਉੱਤੇ ਬੁਕਿੰਗ ਦੇ ਉੱਤੇ ਜਾ ਕੇ, ਉਹ ਜਿਹੜੇ ਇਸ ਵੇਲੇ ਹੁਣ ਬਾਹਰ ਨਿਕਲਣਾ ਸ਼ੁਰੂ ਕਰਨਗੇ। ਨਿਯਮ ਜੇ ਉਹਨਾਂ ਦੇ ਵਿੱਚ ਢਿੱਲ ਮਿਲੀ ਆ। ਇਸ ਵੇਲੇ ਵਾਕਈ ਜਿਹੜਾ ਸਮਰ ਦਾ ਟਾਈਮ ਆ ਉਹ ਨਾਰਥ ਅਮਰੀਕਾ ਦੇ ਵਿੱਚ ਟਾਈਮ ਆ ਜਦੋਂ ਲੋਕ ਬਾਹਰ ਨਿਕਲਦੇ ਆ ਤੇ ਫਿਰਦੇ ਤੁਰਦੇ ਆ। ਅੱਜ ਤੋਂ ਜਿਹੜੇ ਫੁੱਲੀ ਵੈਕਸੀਨੇਟਡ ਟਰੈਵਲਰਸ ਨੇ ਉਹਨਾਂ ਨੂੰ ਮਾਸਕ ਪਾਉਣ ਦੀ ਵੀ ਲੋੜ ਨਹੀਂ ਪਬਲਿਕ ਸਪੇਸਿਸ ਦੇ ਵਿੱਚ, ਜਿਹੜੀ ਕਿ ਪਹਿਲਾਂ 14 ਦਿਨ ਉਹਨਾਂ ਨੂੰ ਮਾਸਕ ਪਾ ਕੇ ਰੱਖਣਾ ਪੈਂਦਾ ਸੀ। ਫੁੱਲੀ ਵੈਕਸੀਨੇਟਡ ਟਰੈਵਲਰ ਉਹਨਾਂ ਨੂੰ ਜਿਹੜਾ ਮੋਨੀਟਰ ਕਰਨ ਦੀ ਲੋੜ ਨਹੀਂ, ਰਿਪੋਰਟ ਆਪਣੇ ਸਿੰਪਟਮ ਕਰਨ ਦੀ ਲੋੜ ਨਹੀਂ ਹੈ। ਫੁੱਲੀ ਵੈਕਸੀਨੇਟਡ ਟਰੈਵਲਰ ਨੂੰ ਅੱਜ ਤੋਂ ਜਿਹੜਾ ਕੁਆਰੰਟਾਈਨ ਕਰਨਾ ਪਊਗਾ, ਜੇ ਦੂਜਾ ਉਹਨੂੰ ਕੁਆਰੰਟਾਈਨ ਕਰਨ ਤੋਂ ਵੀ ਛੋਟ ਦੇ ਦਿੱਤੀ ਗਈ ਹੈ ਜੇ ਦੂਜਾ ਵਿਅਕਤੀ ਉਹ ਸੇਮ ਟਰੈਵਲ ਗਰੁੱਪ ਦੇ ਵਿੱਚ ਉਹਨੂੰ ਕੋਈ ਸਾਈਨ ਕੋਵਿਡ ਦੇ ਉਹਨੂੰ ਸਾਈਨ ਹੁੰਦੇ ਆ ਜਾਂ ਉਹਨੂੰ ਕੋਵਿਡ ਹੋ ਜਾਂਦਾ। ਪਹਿਲਾਂ ਉਹਨੂੰ ਕੁਆਰੰਟਾਈਨ ਕਰਨਾ ਪੈਂਦਾ ਸੀ, ਹੁਣ ਉਹ ਵੀ ਕੁਆਰੰਟਾਈਨ ਕਰਨਾ ਨਹੀਂ ਪਊਗਾ, ਤੇ ਅੱਜ ਤੋਂ ਹੀ ਤੁਹਾਨੂੰ ਕੋਈ ਵੀ ਆਪਣੇ ਜਿਹੜੇ ਕਲੋਜ਼ ਕੰਟੈਕਟ ਆ ਉਹਨਾਂ ਦੀ ਲਿਸਟ ਰੱਖਣ ਦੀ ਲੋੜ ਨਹੀਂ ਪਊਗੀ, ਜਾਂ ਜਿੱਥੇ ਤੁਸੀਂ ਗਏ ਆ ਜਿੱਥੇ ਵਿਜ਼ਿਟ ਕੀਤਾ ਉਹਨਾਂ ਦੀ ਵੀ ਲਿਸਟ ਰੱਖਣ ਦੀ ਲੋੜ ਨਹੀਂ। ਪਹਿਲਾਂ ਇਹ ਕਿਹਾ ਗਿਆ ਸੀ ਜੇ ਤੁਸੀਂ ਆਏ ਆ ਤੁਹਾਨੂੰ ਬਾਕੀ ਭਾਵੇਂ ਛੋਟ ਹੈਗੀਆਂ ਪਰ ਤੁਹਾਨੂੰ ਇੱਕ ਲਿਸਟ ਰੱਖਣੀ ਚਾਹੀਦੀ ਕਿ ਆਹ ਮੇਰੇ ਸੰਪਰਕ ਦੇ ਵਿੱਚ ਆਏ ਆ, ਤੇ ਕੱਲ੍ਹ ਨੂੰ ਜੇ ਕੋਈ ਇੱਦਾਂ ਦੀ ਗੱਲਬਾਤ ਹੋ ਜਾਂਦੀ ਤਾਂ ਉਹਨਾਂ ਨੂੰ ਦੱਸਿਆ ਜਾ ਸਕੇ। ਪਰ ਹਜੇ ਵੀ ਅੱਜ ਵੀ ਜਿਹੜਾ ਟਰੈਵਲਰ ਜਿੰਨੇ ਵੀ ਇੱਥੇ ਆਉਂਦੇ ਆ ਉਹਨਾਂ ਨੂੰ 72 ਘੰਟੇ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀ ਅਰਾਈਵ ਕੈਨ ਐਪ ਆ ਉਹਨੂੰ ਭਰਨਾ ਪਊਗਾ। ਅਨਵੈਕਸੀਨੇਟਡ ਜਾਂ ਪਾਰਸ਼ਲੀ ਵੈਕਸੀਨੇਟਡ ਲੋਕ ਅਜੇ ਵੀ ਉਹਨਾਂ ਨੂੰ ਪ੍ਰੂਫ ਆਫ ਪ੍ਰੀ ਐਂਟਰੀ ਟੈਸਟ ਦੇਣਾ ਪਊਗਾ, ਜਿਹੜਾ ਕਿ ਕੋਵਿਡ-19 ਦਾ ਇੱਥੇ ਸਾਡਾ ਪ੍ਰੋਟੋਕੋਲ ਆ। ਐਡਮਿੰਟਨ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਦੁੱਖ ਭਰੀ ਖਬਰ ਆਈ ਸੀ, ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ। ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਸੀ, ਉਹਦਾ ਕਤਲ ਹੋ ਗਿਆ ਸੀ, ਤੇ ਉਹਦਾ ਹੁਣ ਜਿਹੜਾ ਫਿਊਨਲ ਸੀਗਾ ਉਹਦੇ ਉੱਤੇ ਲੋਕ ਬੜੇ ਭਰੇ ਮਨ ਦੇ ਨਾਲ ਇਕੱਠੇ ਹੋਏ ਆ। ਇਸ ਮਹੀਨੇ ਦੀ ਇਹ ਘਟਨਾ ਸੀ। ਕਰਨਵੀਰ ਸਹੋਤਾ ਇਸ ਨੌਜਵਾਨ ਦਾ ਨਾਂ ਸੀ, 16 ਸਾਲ ਇਹਦੀ ਉਮਰ ਸੀ। ਉਹਦੇ ਦਰਸ਼ਨ ਕਰਨ ਦੇ ਲਈ, ਆਖਰੀ ਅੰਤਮ ਦਰਸ਼ਨ ਕਰਨ ਦੇ ਲਈ ਲੋਕ ਸਾਊਥ ਈਸਟ ਐਡਮਿੰਟਨ ਫਿਊਨਲ ਹੋਮ ਦੇ ਵਿੱਚ ਪਹੁੰਚੇ ਆ। 200 ਦੇ ਕਰੀਬ ਲੋਕ ਇਸ ਰੂਮ ਦੇ ਵਿੱਚ ਸੀਗੇ। ਕਈ ਜਿਹੜੇ 100 ਹੈਗੇ ਉਹਨਾਂ ਨੇ ਲਾਈਵ ਸਟਰੀਮ ਦੇ ਉੱਤੇ ਇਹਨਾਂ ਸਾਰੀਆਂ ਪ੍ਰੋਸੀਡਿੰਗਸ ਨੂੰ, ਜੋ ਕੁਛ ਉੱਥੇ ਅੰਤਮ ਸੰਸਕਾਰ ਦੀਆਂ ਰਸਮਾਂ ਸੀਗੀਆਂ, ਉਹਨੂੰ ਬਹੁਤ ਭਰੇ ਮਨ ਦੇ ਨਾਲ ਦੇਖਿਆ। ਪੂਰੀ ਕਮਿਊਨਿਟੀ ਦੇ ਵਿੱਚ ਇੱਕ ਸੋਗ ਦੀ ਲਹਿਰ ਆ ਉਦੋਂ ਦੀ। ਉਹਦੇ ਤੋਂ ਬਾਅਦ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਵਿੱਚ ਜਾ ਕੇ ਮਿਲਵੁੱਡ ਰੋਡ ਸਾਊਥ ਦੇ ਉੱਤੇ ਅਰਦਾਸ ਕੀਤੀ ਗਈ। ਇਹ ਨੌਜਵਾਨ ਬੱਸ ਦੀ ਉਡੀਕ ਕਰ ਰਿਹਾ ਸੀ ਮਕਿਨਲੇ ਹਾਈ ਸਕੂਲ ਦੇ ਬਾਹਰ ਅਪ੍ਰੈਲ 8 ਨੂੰ, ਜਿੱਥੇ ਕਿ ਇਹਨੂੰ ਅਸੌਲਟ ਕੀਤਾ 7 ਟੀਨਏਜਰਸ ਨੇ। ਤੇ ਜਦੋਂ ਬਾਅਦ ਦੇ ਵਿੱਚ ਫਿਰ ਇਹਦੀ ਆਟੋਪਸੀ ਕੀਤੀ ਗਈ, ਪੋਸਟਮਾਰਟਮ ਕੀਤਾ ਗਿਆ, ਤਾਂ ਉਹ ਤੋਂ ਬਾਅਦ ਪਤਾ ਲੱਗਿਆ ਕਿ ਇਹਨੂੰ ਚੈਸਟ ਦੇ ਵਿੱਚ ਇਹਦੇ ਚਾਕੂ ਮਾਰੇ ਗਏ ਸੀ। ਇਹਦੀ ਮੌਤ ਹੋ ਗਈ 8 ਤਰੀਕ ਨੂੰ ਇਹਨੂੰ ਮਾਰਿਆ ਗਿਆ ਸੀ, ਕੁੱਟਿਆ ਗਿਆ ਸੀ, ਤੇ 15 ਅਪ੍ਰੈਲ ਨੂੰ ਇਹਦੀ ਫਿਰ ਮੌਤ ਹੋ ਗਈ। 7 ਜਣਿਆਂ ਦੇ ਉੱਤੇ ਚਾਰਜ ਲੱਗੇ ਸੀ, ਔਰ ਜਿਨ੍ਹਾਂ ਦੇ ਉੱਤੇ ਚਾਰਜ ਲੱਗਿਆ ਉਹਨਾਂ ਸਾਰਿਆਂ ਦੀ ਉਮਰ 14 ਤੋਂ 17 ਸਾਲ ਦੇ ਵਿੱਚ ਆ। ਸੈਟਰਡੇ ਨੂੰ ਜਦੋਂ ਇਹਦਾ ਪਰਿਵਾਰ ਉਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਇਸ ਚੀਜ਼ ਤੋਂ ਮਿਲੀ ਸੀ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਚਾਰਜ ਕੀਤਾ ਗਿਆ ਸੀ, ਹੁਣ ਫਰਾਈਡੇ ਨੂੰ ਵੀਗਲ ਇੱਕ ਪਲਾਨ ਕੀਤਾ ਗਿਆ ਮਕਿਨਲੇ ਹਾਈ ਸਕੂਲ ਦੇ ਵਿੱਚ ਜਿਹਦੇ ਸਾਹਮਣੇ ਘਟਨਾ ਵਾਪਰੀ ਆ। ਇਹ 7 ਜਿਹੜੇ ਚਾਰਜ ਕੀਤੇ ਇਹਨਾਂ ਦੀ 14 ਤੋਂ 17 ਸਾਲ ਦੇ ਵਿੱਚ ਇਹਨਾਂ ਦੀ ਉਮਰ ਆ। ਸੈਕੰਡ ਡਿਗਰੀ ਮਰਡਰ ਕਨੈਕਸ਼ਨ ਦੇ ਵਿੱਚ ਹੋਮਿਸਾਈਡ ਟੀਨਏਜਰ ਦੇ ਲਈ ਇਹਨਾਂ ਨੂੰ ਚਾਰਜ ਕੀਤਾ ਗਿਆ ਆ। ਤੇ ਇਹਦੇ ਤੋਂ ਬਾਅਦ ਜਿੱਦਾਂ ਪਹਿਲਾਂ ਇਹਦੀ 15 ਅਪ੍ਰੈਲ ਨੂੰ ਮੌਤ ਹੋਈ ਸੀ, ਐਡਮਿੰਟਨ ਪੁਲਿਸ ਨੇ 15 ਸਾਲਾ ਇੱਕ ਨੌਜਵਾਨ ਨੂੰ, ਇੱਕ 16 ਸਾਲਾ ਨੌਜਵਾਨ ਨੂੰ ਤੇ ਇੱਕ 17 ਸਾਲਾ ਕੁੜੀ ਨੂੰ ਸੈਕੰਡ ਡਿਗਰੀ ਮਰਡਰ ਦੇ ਲਈ ਚਾਰਜ ਕੀਤਾ ਆ। ਇਹ ਜਿਹੜੀ ਕੁੜੀ ਆ ਇਹ ਵੀ ਇਹਦੇ ਅਬਸਟਰਕਸ਼ਨ ਦੇ ਚਾਰਜਸ ਨੂੰ ਫੇਸ ਕਰੂਗੀ। ਇਹਦੇ ਨਾਲ ਹੀ 2 14 ਸਾਲਾ ਲੜਕੇ, ਇੱਕ 15 ਸਾਲਾ ਲੜਕਾ ਤੇ ਇੱਕ 16 ਸਾਲਾ ਲੜਕਾ,
ਇਹਨਾਂ ਨੂੰ ਚਾਰਜ ਕੀਤਾ ਗਿਆ ਸੈਕੰਡ ਡਿਗਰੀ ਮਰਡਰ ਦੇ ਲਈ ਫਰਾਈਡੇ ਨੂੰ। ਤੇ ਪੁਲਿਸ ਇਹ ਕਹਿ ਰਹੀ ਹੈ ਕਿ ਜਿਹੜੇ 6 ਇਹ ਮਾਈਨਰ ਹੈਗੇ ਆ ਅਰੈਸਟ ਕੀਤਾ ਗਿਆ, ਇਹਨਾਂ ਨੂੰ ਬਾਅਦ ਦੇ ਵਿੱਚ ਫਿਰ ਰੀ ਅਰੈਸਟ ਕੀਤਾ ਗਿਆ। ਬਹੁਤ ਸਾਰੇ ਵਿਟਨੈਸ ਬੋਲੇ ਆ, ਕਈ ਜਿਹੜੀਆਂ ਉੱਥੋਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਆ। ਤੇ ਹੁਣ ਫਿਰ ਇਹਦੇ ਤੋਂ ਬਾਅਦ ਘਰ ਦੇ ਇਹ ਵੀ ਮੰਗ ਕਰ ਰਹੇ ਸੀ ਕਿ ਜਿਹੜੇ ਇਹਨਾਂ ਦੇ ਉੱਤੇ, ਕਿਉਂਕਿ ਇਹਨਾਂ ਦੀ ਉਮਰ 18 ਸਾਲ ਤੋਂ ਘੱਟ ਆ, ਇਹਨਾਂ ਦੇ ਉੱਤੇ ਅਡਲਟ ਵਾਲੇ ਚਾਰਜਸ ਨਹੀਂ ਲੱਗਣਗੇ, ਪਰ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦੇ ਉੱਤੇ ਚਾਰਜ ਉਹੀ ਲੱਗਣੇ ਚਾਹੀਦੇ, ਕਿਉਂਕਿ ਇਹ ਘਟਨਾ ਛੋਟੀ ਨਹੀਂ ਆ, ਇਹ ਕੋਈ ਮਾੜੀ ਮੋਟੀ ਲੜਾਈ ਨਹੀਂ ਆ। ਇਹ ਇਹਨਾਂ ਨੇ ਉਸ ਬੱਚੇ ਨੂੰ ਜਾਨ ਤੋਂ ਮਾਰ ਦਿੱਤਾ। ਤੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਔਰ ਪੁਲਿਸ ਮੰਨ ਰਹੀ ਆ ਕਿ ਇਹਨਾਂ ਦਾ ਕੋਈ ਆਪਸ ਦੇ ਵਿੱਚ ਝਗੜਾ ਸੀਗਾ, ਦੋ ਰਾਈਵਲ ਗਰੁੱਪਸ ਦਾ, ਉਹਨਾਂ ਦੇ ਵਿਚਕਾਰ ਵਾਇਲੈਂਸ ਹੋਈ ਆ। ਤੇ ਜਿਹੜਾ ਵਿਕਟਮ ਆ, ਜਿਹੜਾ ਮਾਰਿਆ ਗਿਆ, ਉਹ ਪੁਲਿਸ ਨੂੰ ਪਹਿਲਾਂ ਤੋਂ ਨੋਨ ਟੂ ਪੁਲਿਸ ਸੀਗਾ, ਪੁਲਿਸ ਉਹਨੂੰ ਇਸ ਮਾਮਲੇ ਦੇ ਵਿੱਚ ਜਾਣਦੀ ਸੀਗੀ। ਤੋ ਇਹ ਜਿਹੜਾ ਇਸ ਕਿਸਮ ਦੇ ਨਾਲ ਜੋ ਕੁਛ ਉੱਥੇ ਵਾਪਰਿਆ, ਬਹੁਤ ਸੋਗ ਦੀ ਲਹਿਰ ਉੱਥੇ ਆਈ ਆ। ਤੇ ਹੁਣ ਜਿਹੜੀ ਮੰਗ ਆ ਕਿ ਇਹਨਾਂ ਨੂੰ ਐਜ਼ ਅਡਲਟਸ ਪਨਿਸ਼ ਕੀਤਾ ਜਾਵੇ, ਇਹਨਾਂ ਨੂੰ ਸਜ਼ਾ ਉਸ ਤਰੀਕੇ ਨਾਲ ਦਿੱਤੀ ਜਾਵੇ, ਤਾਂ ਇਹ ਵੀ ਮੰਗ ਜ਼ੋਰ ਫੜ ਰਹੀ ਹੈ। ਪਰ ਪੂਰੇ ਭਾਈਚਾਰੇ ਦੇ ਵਿੱਚ ਬਹੁਤ ਇੱਕ ਸੋਗ ਦੀ ਲਹਿਰ ਕਿ ਇੱਕ ਨੌਜਵਾਨ ਦੀ ਮੌਤ ਇਸ ਘਟਨਾ ਦੇ ਵਿੱਚ ਹੋਈ ਹੈ। ਰੂਸ ਯੂਕਰੇਨ ਮਾਮਲਾ ਅਸੀਂ ਲੰਬੇ ਸਮੇਂ ਤੋਂ ਤੁਹਾਡੇ ਨਾਲ ਡਿਸਕਸ ਕਰਦੇ ਆਏ ਹਾਂ, ਤੇ ਇਹ ਮਾਮਲਾ ਅਜੇ ਤੱਕ ਉੱਦਾਂ ਹੀ ਚੱਲ ਰਿਹਾ। 2 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ, ਯੁੱਧ ਖਤਮ ਹੋਣ ਨਹੀਂ ਜਾ ਰਿਹਾ। ਯੂਕਰੇਨ ਤੇ ਰੂਸ ਦੇ ਬ੍ਰਾਂਸਕ ਸ਼ਹਿਰ ਦੇ ਉੱਤੇ ਹਮਲਾ ਕੀਤਾ ਹੈ। ਯੂਕਰੇਨੀ ਸੈਨਿਕਾਂ ਨੇ ਮਿਜ਼ਾਈਲਾਂ ਦਾਗੀਆਂ, ਤੇ ਜਿਹਦੇ ਵਿੱਚ ਇੱਕ ਆਇਲ ਡਿਪੂ ਨੂੰ ਦੱਸਦੇ ਆ ਕਿ ਤਬਾਹ ਕਰ ਦਿੱਤਾ। ਦੂਜੇ ਪਾਸੇ ਯੂਕਰੇਨ ਨੇ ਦਾਅਵਾ ਕੀਤਾ ਕਿ ਮੱਧ ਤੇ ਪੱਛਮੀ ਯੂਕਰੇਨ ਦੇ ਵਿੱਚ ਰੂਸੀ ਸੈਨਿਕਾਂ ਨੇ 5 ਰੇਲਵੇ ਸਟੇਸ਼ਨ ਨਿਸ਼ਾਨਾ ਬਣਾਏ ਆ। ਰੇਲਵੇ ਸਰਵਿਸ ਚੀਫ ਨੇ ਕਿਹਾ ਕਿ ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਇਹਦੇ ਵਿੱਚ ਖਬਰ ਆ। ਪੈਂਟਾਗਨ ਇਹ ਦਾਅਵਾ ਕਰ ਰਿਹਾ ਕਿ ਯੂਕਰੇਨ ਇਹ ਲੜਾਈ ਜਿੱਤ ਸਕਦਾ। ਪੈਂਟਾਗਨ ਚੀਫ ਲਾਇਡ ਆਸਟਨ ਨੇ ਕਿਹਾ ਹੈ ਕਿ ਯੂਕਰੇਨ ਰੂਸ ਦੇ ਨਾਲ ਇਹ ਚੱਲ ਰਹੀ ਜਿਹੜੀ ਲੜਾਈ ਆ ਉਹਦੇ ਵਿੱਚ ਯੂਕਰੇਨ ਜਿੱਤ ਸਕਦਾ ਆ। ਉਹ ਕਹਿੰਦੇ ਯੂਕਰੇਨ ਜਿੱਤ ਸਕਦਾ ਜੇ ਇਹਦੇ ਕੋਲ ਸਮਾਨ ਪੂਰਾ ਹੋਵੇ ਤੇ ਉਹਨੂੰ ਸਹਿਯੋਗ ਪੂਰਾ ਦਿੱਤਾ ਜਾਵੇ। ਅਮਰੀਕਾ ਦੇ ਸੈਕਟਰੀ ਆਫ ਸਟੇਟ ਜਿਹੜੇ ਐਂਟਨੀ ਬਲਿੰਕਟਨ ਨੇ, ਤੇ ਉੱਥੋਂ ਦੇ ਉਹਨਾਂ ਨੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੂੰ ਮਿਲਣ ਦੇ ਲਈ ਕੀਵ ਵੀ ਪਹੁੰਚੇ ਆ। ਉਹਨਾਂ ਨੇ $700 ਮਿਲੀਅਨ ਦੀ ਹੋਰ ਸੈਨਿਕ ਜਿਹੜੀ ਮਦਦ ਆ ਉਹ ਵੀ ਕਰਨ ਦੀ ਗੱਲਬਾਤ ਕੀਤੀ ਆ। ਬਲਿੰਕਨ ਤੇ ਆਸਟਨ 24 ਫਰਵਰੀ ਨੂੰ ਰੂਸ ਦੇ ਹਮਲੇ ਤੋਂ ਬਾਅਦ ਇਹ ਸਾਰੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ। ਰੂਸ ਦੇ ਮਰਿਆਪੂਲ ਦੇ ਵਿੱਚ ਏਓਪਟਿਵ ਸਟੀਲ ਪਲਾਂਟ ਦੇ ਆਸ-ਪਾਸ ਸੀਜ਼ ਫਾਇਰ ਦਾ ਐਲਾਨ ਕੀਤਾ, ਜਿੱਥੇ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ। ਰੂਸੀ ਸੈਨਾ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਹੋਮ ਟਾਊਨ ਕ੍ਰੀਵੀ ਦੇ ਜਿਹੜਾ ਉੱਥੇ ਹਮਲਾ ਕਰਨ ਦੀ ਪਤਾ ਲੱਗ ਰਿਹਾ ਕਿ ਤਿਆਰੀ ਕਰ ਰਹੀ ਹੈ। ਯੂਕਰੇਨ ਦੇ ਲੋਕਪਾਲ ਦਾ ਕਹਿਣਾ ਹੈ ਕਿ ਰੂਸੀ ਹਮਲੇ ਵਿੱਚ ਹੁਣ ਤੱਕ 213 ਬੱਚਿਆਂ ਦੀ ਮੌਤ ਹੋ ਚੁੱਕੀ ਹੈ, 399 ਜ਼ਖਮੀ ਹੋ ਚੁੱਕੇ। ਕਈ ਜਗ੍ਹਾ ਦੇ ਉੱਤੇ ਰੈਸਕਿਊ ਆਪਰੇਸ਼ਨ ਵੀ ਚੱਲ ਰਿਹਾ। ਇਹਨਾਂ ਦੀ ਵਜ੍ਹਾ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ ਹੋਰ ਵੀ ਵੱਧ ਸਕਦੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਰੂਸੀ ਸੈਨਾ ਦੇ ਹਮਲੇ ਦੀ ਵਜ੍ਹਾ ਤੋਂ ਯੂਕਰੇਨੀ ਸ਼ਹਿਰ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਆ। ਯੂਕਰੇਨ ਨੇ 24 ਅਪ੍ਰੈਲ ਨੂੰ ਈਸਟਰ ਦੇ ਦਿਨ ਪੋਲਟਾਵਾ ਦੇ ਵਿੱਚ 5 ਮਿਜ਼ਾਈਲ ਅਟੈਕ ਕਰਕੇ ਸ਼ਹਿਰ ਦਾ ਇਨਫਰਾਸਟ੍ਰਕਚਰ ਤਬਾਹ ਕਰ ਦਿੱਤਾ ਸੀ। ਸੋ ਇਹ ਗੱਲਬਾਤ ਅਜੇ ਕਿਸੇ ਪਾਸਿਓਂ ਵੀ ਰੁਕਦੀ ਨਹੀਂ ਨਜ਼ਰ ਆ ਰਹੀ। ਲਗਾਤਾਰ ਇਸ ਮਾਮਲੇ ਦੇ ਵਿੱਚ ਅਪਡੇਟਸ ਜਿਹੜੀਆਂ ਆ ਰਹੀਆਂ, ਤੇ ਲੋਕ ਉਡੀਕ ਕਰ ਰਹੇ ਆ ਕਿ ਕਦੋਂ ਇਹ ਸਾਰਾ ਕੁਝ ਜਿਹੜਾ ਇਹ ਇਸ ਵੇਲੇ ਚੱਲ ਰਿਹਾ ਆ, ਕਿ ਇਸ ਸਮੇਂ ਦੇ ਉੱਤੇ ਜਾ ਕੇ ਬੰਦ ਹੁੰਦਾ, ਕਿਉਂਕਿ ਇਹਦਾ ਅਸਰ ਸਿਰਫ ਰੂਸ ਯੂਕਰੇਨ ਦੇ ਉੱਤੇ ਹੀ ਨਹੀਂ ਪੈ ਰਿਹਾ, ਇਹਦਾ ਅਸਰ ਪੂਰੀ ਦੁਨੀਆ ਦੇ ਉੱਤੇ ਇਸ ਵੇਲੇ ਪੈ ਰਿਹਾ। ਤੇ ਜਿਹੜੀ ਚਾਹੇ ਮਹਿੰਗਾਈ ਹੈ, ਚਾਹੇ ਜਿਹੜੀ ਸਪਲਾਈ ਚੇਨ ਆ, ਉਹਦੇ ਉੱਤੇ ਵੀ ਇਹਦਾ ਅਸਰ ਪੈ ਰਿਹਾ। ਕਿੰਨਾ ਕੁ ਇਹ ਗੱਲਬਾਤ ਅੱਗੇ ਜਾ ਕੇ ਰੁਕਦੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਗੱਲ ਹੋਰ ਸਪਸ਼ਟ ਹੋਏਗੀ। ਵੈਨਕੂਵਰ ਦੇ ਵਿੱਚ ਐਤਵਾਰ ਨੂੰ ਸਨ ਰਨ ਹੋਈ ਆ, ਹਰ ਸਾਲ ਹੁੰਦੀ ਹੈ। ਇਹਦੇ ਵਿੱਚ 23,000 ਲੋਕਾਂ ਨੇ ਪਾਰਟੀਸਪੇਟ ਕੀਤਾ, ਤੇ ਪਹਿਲੀ ਇਨ ਪਰਸਨ 10 ਕਿਲੋਮੀਟਰ ਦੀ ਰੋਡ ਰੇਸ ਸੀਗੀ ਇਹ 2019 ਤੋਂ ਬਾਅਦ। ਜਿਹੜੇ ਲੋਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਨਕੂਵਰ ਦੇ ਆਲੇ ਦੁਆਲੇ ਰਹਿੰਦੇ ਆ, ਉਹਨਾਂ ਨੂੰ ਪਤਾ ਕਿ ਵੈਨਕੂਵਰ ਦੀ ਇਹ ਸਨ ਰਨ ਕਿੰਨੀ ਮਹੱਤਵਪੂਰਨ ਹੁੰਦੀ ਆ। ਬਹੁਤ ਸਾਰੇ ਲੋਕ ਇਕੱਠੇ ਹੋਏ, ਉਹਨਾਂ ਨੇ ਇਸ ਪੈਂਡੈਮਿਕ ਤੋਂ ਬਾਅਦ ਇਕੱਠੇ ਹੋ ਕੇ ਪਹਿਲੀ ਵਾਰ ਇਹ ਸਾਰਾ ਕੁਝ ਜਿਹੜਾ ਇਸ ਦੌੜ ਦੇ ਵਿੱਚ ਹਿੱਸਾ ਰਿਹਾ। ਇੱਕ ਛੋਟੀ ਦੌੜ ਵੀ ਹੁੰਦੀ ਹੈ ਇਹਦੇ ਵਿੱਚ 2.5 ਕਿਲੋਮੀਟਰ ਦੀ, ਤੇ 1985 ਦੇ ਵਿੱਚ 3200 ਰਨਰਸ ਦੇ ਨਾਲ ਸ਼ੁਰੂ ਕੀਤੀ ਸੀ, ਹੌਲੀ ਹੌਲੀ ਵੱਧਦੀ ਗਈ, ਪਾਰਟੀਸਪੇਟ ਇਹਦੇ ਵੱਧਦੇ ਗਏ। 2019 ਦੇ ਵਿੱਚ ਇਸ ਪੈਂਡੈਮਿਕ ਤੋਂ ਪਹਿਲਾਂ ਇਹਦੇ ਵਿੱਚ 43,000 ਲੋਕਾਂ ਨੇ ਭਾਗ ਲਿਆ, ਤੇ ਹੁਣ 23,000 ਤੋਂ ਜ਼ਿਆਦਾ ਗਿਣਤੀ ਸੀਗੀ। ਤੇ ਇਹ 2019 ਦੇ ਵਿੱਚ 43,000 ਲੋਕ ਸੀਗੇ, ਤੇ ਜਿਹੜੀ 2008 ਦੇ ਵਿੱਚ ਇਹ ਆਪਣੀ ਪੀਕ ਦੇ ਉੱਤੇ ਸੀਗੀ, ਜਦੋਂ 59,000 ਲੋਕਾਂ ਨੇ ਇਹਦੇ ਵਿੱਚ ਰਜਿਸਟਰਡ ਕਰਵਾਇਆ ਸੀ। ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਈਵੈਂਟ ਆ। ਹੁਣ ਦੁਬਾਰਾ ਸਾਰਾ ਕੁਛ ਵਾਪਸ ਆ ਰਿਹਾ। 2020 ਦੇ ਵਿੱਚ ਕੋਵਿਡ ਕਰਕੇ ਕੈਂਸਲ ਕੀਤੀ ਸੀ, 21 ਦੇ ਵਿੱਚ ਇਹ ਈਵੈਂਟ ਵਰਚੁਅਲੀ ਕੀਤਾ ਗਿਆ ਸੀ। ਲੋਕਾਂ ਨੇ ਆਪਣੇ ਪੱਧਰ ਦੇ ਉੱਤੇ ਵੱਖ-ਵੱਖ ਸਮੇਂ ਦੇ ਉੱਤੇ ਦੌੜ ਕੇ ਜਿਹੜਾ ਉਹ
ਆਨਲਾਈਨ ਪਾਰਟਿਸਿਪੇਟ ਕੀਤਾ ਸੀ ਤੇ ਇਹਦੇ ਵਿੱਚ ਬਹੁਤ ਸਾਰੇ ਰਨਰਸ ਜਿਹੜੇ ਉਹ ਕਹਿ ਰਹੇ ਸੀ ਕਿ ਅਸੀਂ ਖੁਸ਼ ਹਾਂ ਇਸ ਵਾਰੀ ਫੇਰ ਦੇਸ਼ ਨੂੰ ਜਿਹੜਾ ਵੈਨਕੂਵਰ ਨੂੰ ਉਸ ਤਰੀਕੇ ਨਾਲ ਦੇਖ ਕੇ ਕਿ ਦੁਬਾਰਾ ਫੇਰ ਲੋਕ ਇਕੱਠੇ ਹੋ ਰਹੇ ਆ, ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ। ਟਵਿੱਟਰ ਤੇ ਐਲਨ ਮਸਕ ਦਾ ਮਾਮਲਾ ਕਾਫੀ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਚੱਲ ਰਿਹਾ ਸੀ। ਹੁਣ ਆਖਰਕਾਰ ਅੱਜ ਇਹ ਵੱਡੀ ਅਨਾਊਂਸਮੈਂਟ ਜਿਹੜੀ ਹੋ ਗਈ ਕਿ ਐਲਨ ਮਸਕ ਜਿਹੜਾ ਟੈਸਲਾ ਦਾ CEO ਆ, ਦੁਨੀਆ ਦਾ ਬਹੁਤ ਅਮੀਰ ਵਿਅਕਤੀ ਆ, ਉਹਨੇ ਟਵਿੱਟਰ ਨੂੰ $44 ਬਿਲੀਅਨ ਦੇ ਵਿੱਚ ਖਰੀਦ ਲਿਆ ਤੇ ਅੱਜ ਇਹ ਅਨਾਊਂਸਮੈਂਟ ਹੋ ਗਈ ਹੈ। ਲਗਾਤਾਰ ਕੁਝ ਹਫ਼ਤਿਆਂ ਤੋਂ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ। ਸਭ ਤੋਂ ਪਹਿਲਾਂ ਐਲਨ ਮਸਕ ਨੇ ਇਹਨੂੰ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਕੰਪਨੀ ਦੇ ਬਹੁਤ ਵੱਡੇ ਪੋਰਸ਼ਨ ਨੂੰ। ਉਸ ਤੋਂ ਬਾਅਦ ਬੋਰਡ ਆਫ ਡਾਇਰੈਕਟਰ ਦੇ ਵਿੱਚ ਜਾਣ ਦੇ ਲਈ ਸਹਿਮਤ ਹੋ ਗਿਆ, ਬਾਅਦ ਦੇ ਵਿੱਚ ਬੋਰਡ ਆਫ ਡਾਇਰੈਕਟਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਲਾਂਘ ਕਰ ਦਿੱਤੀ ਤੇ ਫਿਰ ਇੱਕ ਪੂਰੀ ਦਾ ਪੂਰਾ ਟੇਕ ਓਵਰ ਕਰਨ ਦੇ ਲਈ ਮੁਹਿੰਮ ਚਲਾਈ। ਮਤਲਬ ਪੈਸੇ ਦੇ ਜ਼ੋਰ ਨਾਲ ਉਹਨਾਂ ਨੇ ਇਸ ਚੀਜ਼ ਨੂੰ ਖਰੀਦਣ ਦਾ ਯਤਨ ਕੀਤਾ ਤੇ ਆਖਰਕਾਰ ਇਹਦੇ ਵਿੱਚ ਕਾਮਯਾਬ ਹੋ ਗਏ। ਤੇ ਟਵਿੱਟਰ ਨੇ ਐਲਨ ਮਸਕ ਦੀ ਇਸ ਜਿਹੜੀ ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਕੰਪਨੀ $54.2 ਦੇ ਹਿਸਾਬ ਨਾਲ ਇੱਕ ਸ਼ੇਅਰ ਜਿਹੜਾ ਵੇਚ ਦੇਣਗੇ, 2 ਹਫ਼ਤੇ ਪਹਿਲਾਂ ਉਹਨਾਂ ਨੇ ਕਿਹਾ ਸੀ ਤੇ ਹੁਣ ਉਹ ਫਾਈਨਲ ਹੋ ਗਿਆ। ਤੇ ਫ੍ਰੀ ਸਪੀਚ ਉਹ ਕਹਿੰਦੇ ਵੀ ਹੋਊਗੀ। ਇਸ ਮਾਮਲੇ ਦੇ ਉੱਤੇ ਸਾਰਾ ਕੁਝ ਦੇਖਿਆ ਜਾਊਗਾ। ਬਹੁਤ ਸਾਰੀਆਂ ਗੱਲਾਂ ਇੱਥੇ ਮਹੱਤਵਪੂਰਨ ਨੇ। ਮੰਨਿਆ ਜਾਂਦਾ ਕਿ ਐਲਨ ਮਸਕ ਦੀ ਉੱਥੋਂ ਦੇ ਰਾਸ਼ਟਰਪਤੀ ਜੋ ਬਾਈਡਨ ਨਾਲ ਬਹੁਤੀ ਬਣਦੀ ਨਹੀਂ। ਇਹ ਵੀ ਮੰਨਿਆ ਜਾਂਦਾ ਕਿ ਪੁਰਾਣੇ ਰਾਸ਼ਟਰਪਤੀ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਟਵਿੱਟਰ ਦੇ ਉੱਤੋਂ ਪਾਸੇ ਕੀਤਾ ਗਿਆ ਸੀ ਤੇ ਹੁਣ ਐਲਨ ਮਸਕ ਹੁਣੀ ਜਦੋਂ ਇਹ ਸਾਰਾ ਟਵਿੱਟਰ ਹੀ ਖਰੀਦ ਲਿਆ ਤਾਂ ਹੁਣ ਕੀ ਵਾਪਸ ਉਹ ਇਹਦੇ ਉੱਤੇ ਆ ਜਾਂਦੇ ਆ। ਇਹ ਡਰ ਵੀ ਆਲੇ ਦੁਆਲੇ ਚੱਲ ਰਹੇ ਆ। ਪਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਕਿ ਇੰਨਾ ਜ਼ਿਆਦਾ ਪੈਸਾ ਇਹਦੇ ਵਿੱਚ ਆਉਣ ਤੋਂ ਬਾਅਦ ਕਿ ਸਿੱਧਾ ਇਹਨੂੰ ਖਰੀਦਣ ਦਾ ਜਿਹੜਾ ਯਤਨ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਹ ਇਹਦੇ ਵਿੱਚ ਸਫਲ ਹੋਏ ਆ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੇ ਜਿਹੜੀ ਦੁਨੀਆ ਦੀ ਸਭ ਤੋਂ ਫੇਮਸ ਇਲੈਕਟ੍ਰਿਕ ਕਾਰ ਦੇ ਮਾਲਕ, ਇੱਕ ਪ੍ਰਾਈਵੇਟ ਸਪੇਸ ਕੰਪਨੀ ਦੇ ਮਾਲਕ, ਇੱਕ ਜਿਹੜੇ ਬਹੁਤ ਸਾਰੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਖੂਬੀਆਂ ਆ ਤੇ ਜਿਨ੍ਹਾਂ ਨੇ ਹੁਣ ਅਲਟੀਮੇਟਲੀ ਟਵਿੱਟਰ ਨੂੰ ਖਰੀਦ ਲਿਆ। ਪਹਿਲਾਂ ਟਵਿੱਟਰ ਨੇ ਇਸ ਆਫਰ ਨੂੰ ਐਕਸੈਪਟ ਨਹੀਂ ਸੀ ਕੀਤਾ ਸੀ, ਗੱਲ ਨੂੰ ਬਹੁਤ ਲਾਈਟਲੀ ਲਿਆ ਸੀ। 1 ਵੀਕ ਬਾਅਦ ਹੀ ਕੰਪਨੀ ਨੇ ਇੱਕ ਜਿਹੜੀ ਉਹ ਸੋ ਕਾਲਡ ਉਹਨੂੰ ਕੋਈ ਪੋਇਜ਼ਨ ਪਿੱਲ ਕਹਿੰਦੇ ਆ ਕਿ ਉਹ ਸਕੀਮ ਨੂੰ ਅਪਣਾਇਆ, ਜਾਂ ਜਿਹੜੇ ਸ਼ੇਅਰ ਹੋਲਡਰ ਸੀਗੇ ਉਹਨਾਂ ਦੇ ਰਾਈਟਸ ਪਲਾਨ ਸੀਗੀ ਉਹਦੇ ਹਿਸਾਬ ਨਾਲ ਕੰਮ ਕੀਤਾ। ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਇਹਨਾਂ ਨੇ ਜਿੰਨੀ ਵੱਡੀ ਰਕਮ ਉਹਨਾਂ ਨੂੰ ਆਫਰ ਕੀਤੀ ਹੈ ਤੇ ਉਹਨਾਂ ਨੇ ਇਹਨੂੰ ਖਰੀਦ ਲਿਆ। ਸਪੈਕੂਲੇਸ਼ਨਸ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ। ਅੱਜ ਦੀ, ਕਿਉਂਕਿ ਅੱਜ ਦਾ ਜ਼ਮਾਨਾ ਜਿਹੜਾ ਉਹ ਸੋਸ਼ਲ ਮੀਡੀਆ ਦੇ ਨਾਲ ਚੱਲਦਾ, ਆਨਲਾਈਨ ਜੋ ਕੁਛ ਹੈਗਾ ਉਹਦੇ ਨਾਲ ਹੀ ਚੱਲਦਾ ਆ। ਤੇ ਹੁਣ ਜਿਹੜਾ ਸਭ ਤੋਂ ਵੱਧ ਪੋਪੂਲਰ ਸੋਸ਼ਲ ਮੀਡੀਆ ਟਵਿੱਟਰ ਆ, ਜਿਹੜਾ ਇਸ ਗੱਲ ਦੇ ਕਾਬਲ ਆ ਕਿ ਉਹ ਮਿਲੀਅਨ ਲੋਕਾਂ ਦੇ ਦਿਮਾਗ ਨੂੰ ਬਦਲ ਸਕਦਾ, ਉਹਨਾਂ ਦੇ ਉੱਤੇ ਆਪਣਾ ਪ੍ਰਭਾਵ ਪਾ ਸਕਦਾ ਕਿ ਇਹਨਾਂ ਲੋਕਾਂ ਨੇ ਗੱਲ ਕਹਿਣੀ ਹੈ ਕਿ ਇਹਨਾਂ ਨੇ ਨਹੀਂ ਕਹਿਣੀ, ਉਹ ਐਲਨ ਮਸਕ ਨੇ ਜਦੋਂ ਖਰੀਦ ਲਿਆ ਤਾਂ ਇਸ ਵੇਲੇ ਜਿਹੜੀ ਇੱਕ ਵੱਖਰੀ ਤਬਦੀਲੀ ਤੇ ਇੱਕ ਵੱਖਰੇ ਇਰਾ ਦੀ, ਇੱਕ ਵੱਖਰੇ ਯੁੱਗ ਦੀ ਸ਼ੁਰੂਆਤ ਵੀ ਇਹਨੂੰ ਮੰਨਿਆ ਜਾ ਰਿਹਾ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਗੁਰਪ੍ਰੀਤ ਸਿੰਘ ਸਹੋਤਾ ਹੁਣਾਂ ਨਾਲ। ਇਸ ਵੇਲੇ ਸਰੀ ਦੇ ਵਿੱਚ ਸਿਵਿਕ ਇਲੈਕਸ਼ਨ ਦੀ ਕੀ ਸਿਚੁਏਸ਼ਨ ਆ, ਕੌਣ ਮੇਅਰ ਦੀ ਦੌੜ ਦੇ ਵਿੱਚ ਆ ਤੇ ਕੌਣ ਜਿੱਤ ਸਕਦਾ। ਹਾਜ਼ਰ ਹਾਂ ਇੱਕ ਵਾਰੀ ਫੇਰ ਅਸੀਂ ਅੱਜ ਗੱਲਬਾਤ ਕਰਨ ਦੇ ਲਈ ਮਿਊਨਿਸਪਲ ਇਲੈਕਸ਼ਨ ਦੇ ਉੱਤੇ। 15 ਅਕਤੂਬਰ ਨੂੰ ਇਲੈਕਸ਼ਨ ਹੋਣੀ ਆ। ਇਹਦੇ ਸੰਬੰਧੀ ਕੀ ਅਪਡੇਟ ਇਸ ਵੇਲੇ, ਕਿਹੜੀ ਸਲੇਟ ਆ ਚੁੱਕੀ ਹੈ? ਇੱਕ ਹਫ਼ਤਾ ਪਹਿਲਾਂ ਤੁਹਾਡੇ ਨਾਲ ਅਸੀਂ ਗੱਲਬਾਤ ਕੀਤੀ ਸੀ। ਸਰੀ ਦੇ ਵਿੱਚ ਸਥਿਤੀ ਕਿਸ ਤਰ੍ਹਾਂ ਦੀ ਚੱਲ ਰਹੀ ਆ? ਅੱਜ ਫੇਰ ਉਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਗੁਰਪ੍ਰੀਤ ਸਿੰਘ ਸਹੋਤਾ ਹੁਣਾਂ ਤੋਂ। ਗੁਰਪ੍ਰੀਤ ਸਿੰਘ ਸਹੋਤਾ ਜੀ, ਦੱਸਿਓ ਹੁਣ ਇਸ ਵੇਲੇ ਕੀ ਸਥਿਤੀ ਹੈ, ਕਿਹੜੀ ਸਲੇਟ ਆ ਚੁੱਕੀ ਆ, ਕੌਣ ਅਨਾਊਂਸ ਕਰ ਚੁੱਕਿਆ ਤੇ ਕਿਹੜੇ ਹਜੇ ਚਰਚਾ 'ਚ ਅਨਾਊਂਸਮੈਂਟ ਅਫੀਸ਼ੀਅਲ ਨਹੀਂ ਹੋਈ? ਦੇਖੋ ਜੀ, ਪਬਲਿਕਲੀ ਜਿਹੜੀ ਅਨਾਊਂਸਮੈਂਟ ਦੀ ਗੱਲ ਆ ਉਹ ਤਾਂ ਮੇਅਰ ਡਗਮ ਕੱਲੋਂ ਕਹਿੰਦੇ ਮੈਂ ਦੂਜੀ ਵਾਰੀ ਖੜਨਾ। ਸੋ ਉਹਨਾਂ ਦੀ ਸਲੇਟ ਜਿਹੜੀ ਆ ਬਣੂਗੀ, ਕਿਉਂਕਿ ਉਹ 4 ਮੈਂਬਰ ਉਹਨਾਂ ਦੇ 3 ਜਾ ਚੁੱਕੇ ਆ, ਉਹ ਨਵੇਂ ਮੈਂਬਰ ਲੈਣਗੇ ਤੇ 5 ਜਾਣੇ ਉਹ ਹੈਗੇ ਹੀ ਆ। ਸੋ ਇਸ ਦੇ ਨਾਲ ਇਲਾਵਾ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਕਿ ਬ੍ਰੈਂਡਾ ਲੌਕ, ਜੈਕ ਹੁੰਦਲ ਹੋਣੀ ਆ, ਉਹ ਅਨਾਊਂਸ ਕਰ ਚੁੱਕੇ ਆ ਵੀ ਉਹਨਾਂ ਨੇ ਵੀ ਕੱਢਣਾ। ਸੋ ਉਹਨਾਂ ਦੀ ਸਲੇਟ ਵਿੱਚ ਹੋਰ ਕਿਹੜੇ ਜਾਣੇ ਜੁੜਦੇ ਆ ਉਹ ਵੀ ਦੇਖਣ ਵਾਲੀ ਗੱਲ ਹੋਣੀ ਆ। ਸੋ 2 ਜਿਹੜੇ ਹੋਰ ਸ਼ਖਸੀਅਤਾਂ ਆ, ਜਿਨੀ ਸਿਮਜ਼ ਅਤੇ ਸੁਖ ਧਾਲੀਵਾਲ, ਉਹਨਾਂ ਦੇ ਵੱਲੋਂ ਵੀ ਪੂਰੀਆਂ ਤਿਆਰੀਆਂ ਆ, ਪਰ ਪਬਲਿਕਲੀ ਇਹ ਜਿਹੀ ਅਨਾਊਂਸਮੈਂਟ ਨਹੀਂ ਕੀਤੀ ਗਈ। ਜਿਨੀ ਸਿਮਜ਼ ਬਾਰੇ ਜਿਹੜੀ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਸਰੀ ਫਾਰਵਰਡ ਨਾਂ ਦੀ ਉਹਨਾਂ ਦੇ ਇੱਕ ਸਹਿਯੋਗੀ ਵੱਲੋਂ ਕਹਿ ਲਓ ਵੀ ਉਹ ਪਾਰਟੀ ਰਜਿਸਟਰ ਕਰਾਈ ਗਈ ਹੈ ਇਲੈਕਸ਼ਨ BC ਦੇ ਨਾਲ ਸਰੀ ਚੋਣਾਂ ਲੜਨ ਵਾਸਤੇ। ਸੋ ਉਹਦਾ ਜਿਨੀ ਸਿਮਜ਼ ਉਹਨਾਂ ਦਾ ਸਿੱਧਾ ਸੰਬੰਧ ਤਾਂ ਕੋਈ ਨਹੀਂ ਹੈਗਾ, ਨਾ ਉਹ ਕਹਿ ਰਹੇ ਆ ਕਿ ਮੈਂ ਕਰਵਾਈ ਆ, ਪਰ ਉਹਨਾਂ ਦੇ ਦਫ਼ਤਰ ਵਿੱਚ ਕੰਮ ਕਰਦੇ ਕਿਸੇ ਸਹਿਯੋਗੀ ਵੱਲੋਂ ਕਰਵਾਈ ਜਾਣੀ ਇਸ਼ਾਰਾ ਦਿੰਦਾ ਆ ਵੀ ਉਹ ਤਿਆਰੀ ਕਰ ਰਹੇ ਆ ਪੂਰੀ। ਅਤੇ ਬਾਕੀ ਸੁਖ ਧਾਲੀਵਾਲ ਹੋਣੀ ਆ, ਉਹ ਵੀ ਮੇਲ ਜੋਲ ਉਹਨਾਂ ਨੇ ਕਾਫੀ ਵਧਾਇਆ ਹੋਇਆ। ਅਤੇ ਜਿਸ ਹਿਸਾਬ ਦੇ ਨਾਲ ਕੁਝ ਰੇਡੀਓ ਸਟੇਸ਼ਨਾਂ ਦੇ ਉੱਤੇ ਉਹਨਾਂ ਦੇ ਤਵਾ ਲੱਗ ਰਿਹਾ ਪਿਛਲੇ ਕਈ ਹਫ਼ਤਿਆਂ ਤੋਂ, ਉਹ ਜਾ ਰਹੀ ਆ ਕਿ ਉਹ ਵੀ ਖੜ੍ਹ ਰਹੇ ਆ। ਅਤੇ ਇਹ ਅਨਾਊਂਸ ਹਜੇ ਕਿਉਂ ਨਹੀਂ ਕਰ ਰਹੇ ਵੀ ਠਹਿਰ ਕੇ ਕਰਨਗੇ, ਜਾਂ ਇਹਦੇ 'ਚ ਕੋਈ ਪੋਲੀਟੀਕਲ ਸਟ੍ਰੈਟਜੀ ਹੁੰਦੀ ਹੈ?
ਜਿਹੜੇ ਜਿਨੀ ਸਿਮਸ ਹੋਣੀ ਆ ਉਹ ਤਾਂ ਇਹ ਕਹਿ ਰਹੇ ਆ ਵੀ ਅਸੀਂ ਹਜੇ ਸਲਾਹ ਬਟਾ ਕਰ ਰਹੇ ਆ, ਸਪੋਰਟਰਾਂ ਦੇ ਨਾਲ ਗੱਲਬਾਤ ਹੋ ਰਹੀ ਆ ਅੰਦਰ ਖਾਤੇ ਵੀ ਉਸ ਹਿਸਾਬ ਦੇ ਨਾਲ ਖੜਨਗੇ। ਅਤੇ ਜਿਹੜੇ ਸੁੱਖ ਧਾਲੀਵਾਲ ਹੋਣੀ ਆ ਉਹ ਕਹਿੰਦੇ ਸੀ ਵੀ ਅਸੀਂ ਪਲੇਟਫਾਰਮ ਤਿਆਰ ਕਰ ਰਹੇ ਹਾਂ ਆਪਣਾ, ਵੀ ਮਈ ਦੇ ਵਿੱਚ ਅਨਾਊਂਸ ਕਰ ਦੇਣਾ। ਸੋ ਪਲੇਟਫਾਰਮ ਦੀ ਵੇਟ ਕੀਤੀ ਜਾ ਰਹੀ ਹੈ ਜੀ। ਇਹ ਪਲੇਟਫਾਰਮ ਕੀ ਹੁੰਦਾ ਜਾਂ ਇਹ 'ਚ ਕੀ ਹੋਊਗਾ ਜੀ? ਆਪਾਂ ਪੰਜਾਬ ਦੇ ਵਿੱਚ ਉਹਨੂੰ ਮੈਨੀਫੈਸਟੋ ਕਹਿ ਦਿੰਦੇ ਹੁੰਦੇ ਆ ਜੀ, ਅਤੇ ਇੱਥੇ ਉਹਨੂੰ ਆਪਾਂ ਕਹਿ ਦਿੰਦੇ ਹੁੰਦੇ ਆ ਵੀ ਪਲੇਟਫਾਰਮ। ਜਿਵੇਂ ਪਿਛਲੀ ਵਾਰੀ ਡੱਗ ਮਕੱਲਮ ਉਹਨਾਂ ਦਾ ਪਲੇਟਫਾਰਮ ਸੀਗਾ ਵੀ ਅਸੀਂ ਜਿਹੜੀ ਸਾਰੀ ਪੁਲਿਸ ਲੈ ਕੇ ਆਵਾਂਗੇ, ਅਸੀਂ LRT ਬੰਦ ਕਰਕੇ ਸਕਾਈ ਟ੍ਰੇਨ ਲੈ ਕੇ ਆਵਾਂਗੇ, ਅਸੀਂ ਨਿਊਟਨ ਰੈਕ ਸੈਂਟਰ ਬਣਾਵਾਂਗੇ। ਇੱਦਾਂ ਜਿਹੜੇ ਵਾਅਦੇ ਆ ਉਹ ਹਰੇਕ ਪਲੇਟਫਾਰਮ ਵਿੱਚ ਹੁੰਦੇ ਆ। ਸੋ ਸੁੱਖ ਧਾਲੀਵਾਲ ਹੁਣੀ ਵੀ ਜਿਹੜੀ ਸਲੇਟ ਲੈ ਕੇ ਆਉਣੀ, ਉਹਨੂੰ ਕੁਝ ਵਾਅਦੇ ਕਰਨੇ ਪੈਣੇ ਸ਼ਹਿਰ ਦੇ ਲੋਕਾਂ ਨਾਲ ਵੀ ਅਸੀਂ ਜੇ ਆਏ ਤਾਂ ਆਹ ਕੰਮ ਕਰਾਂਗੇ। ਕਿਉਂਕਿ ਜਿਹੜੀਆਂ ਸਿਟੀ ਚੋਣਾਂ ਹੁੰਦੀਆਂ ਸਿੱਧੇ ਤੌਰ 'ਤੇ ਲੋਕਾਂ ਨਾਲ ਜੁੜੀਆਂ ਹੁੰਦੀਆਂ। ਜਿਹੜੇ MLA ਹੁੰਦੇ ਉਹਨਾਂ ਦਾ ਪਾਲਿਸੀ ਜਿਹੜੀ ਬਣ ਗਈ, ਲੀਡਰ ਨੇ ਜਿਵੇਂ ਕਹਿ ਦਿੱਤਾ ਉਵੇਂ ਕਰ ਦੇਣਾ। MP ਜਿਹੜੇ ਉਹਨਾਂ ਨੂੰ ਥੋੜ੍ਹਾ ਜਿਹਾ ਤਾਲੁਕਾਤ ਲੋਕਾਂ ਦਾ ਇੱਦਾਂ ਹੁੰਦਾ ਵੀ ਕੋਈ ਇਮੀਗ੍ਰੇਸ਼ਨ ਦੇ ਬਾਅਦ ਚਿੱਠੀ ਲੈਣੀ ਆ, ਕੋਈ ਇਨਕੁਆਇਰੀ ਪਾਉਣੀ ਆ। ਪਰ ਜਿਹੜੇ ਸਿਟੀ ਵਾਲੇ ਮਾਮਲੇ ਆ ਸਿੱਧੇ ਆ ਜੀ, ਮੇਰੇ ਘਰ 'ਚ ਟਰੀ ਬਣਾਉਣਾ, ਮੈਂ ਕੋਈ ਕੰਮ ਕਰਾਉਣਾ, ਕੋਈ ਸੜਕ ਨਹੀਂ ਬਣੀ ਉਹ, ਜਾਂ ਜਿਹੜੇ ਘਰ ਕਿੱਡਾ ਵੱਡਾ ਛੋਟਾ ਬਣ ਸਕਦਾ, ਹਰੇਕ ਗੱਲ ਦੇ ਨਾਲ ਜਿਹੜੀ ਕੌਂਸਲ ਦੇ ਨਾਲ ਤੁਹਾਡਾ ਰਿਲੇਸ਼ਨ ਹੁੰਦਾ। ਸੋ ਉਹ ਜੇ ਕੌਂਸਲ ਦੇ ਵਿੱਚ ਜਿਹੜੇ ਬੰਦੇ ਖੜ੍ਹਦੇ ਆ ਉਹਨੂੰ ਦੱਸਣਾ ਪੈਂਦਾ ਵੀ ਜੇ ਮੈਂ ਖੜੂੰਗਾ, ਸੇਮ ਗੱਲ ਜਿੱਦਾਂ ਆਪਣਾ ਸਰਪੰਚ ਕਹਿੰਦਾ ਵੀ ਮੈਂ ਗਲੀਆਂ ਨਾਲੀਆਂ ਪੱਕੀਆਂ ਕਰਾਊਂਗਾ, ਮੈਂ ਗਰਾਂਟ ਲੈ ਕੇ ਆਊਂਗਾ, ਸਕੂਲ ਵੱਡਾ ਕਰਾਵਾਂਗੇ, ਪੁਰਾਣੇ ਸੜਕ ਦੇ ਦਰੱਖਤ ਲਾਵਾਂਗੇ। ਉਹ ਪਲੇਟਫਾਰਮ ਦੀ ਗੱਲ ਜਿਹੜੀ ਆ ਉਹ ਸਲੇਟਾਂ ਨੂੰ ਕਰਨੀ ਪੈਂਦੀ ਆ, ਸਾਰਿਆਂ ਨੂੰ ਹੀ ਕਰਨੀ ਪੈਣੀ ਹੈ ਜੀ। ਪਿਛਲੀ ਵਾਰੀ ਇਲੈਕਸ਼ਨ 'ਚ 2 ਵੱਡੀਆਂ ਪਾਰਟੀਆਂ ਸੀ, ਇੱਕ ਤਾਂ ਚਲੋ ਜਿੱਤ ਗਏ, ਦੂਜੇ ਬਾਅਦ ਦੇ ਵਿੱਚ ਕਿਤੇ ਦਿਸੇ ਨਹੀਂ। ਐਤਕੀ ਵੋਟਾਂ 'ਚ ਕਿਤੇ ਦਿਸਣਗੇ? ਤੁਹਾਡੀ ਮੁਰਾਦ ਜਿਹੜੀ ਸਰੀ ਫਸਟ ਤੋਂ ਹੈ ਜੀ, ਜਿਹੜੀ ਕਿ ਡਾਇਨਾਵਾਟ ਹੁਣਾਂ ਦੇ ਵੇਲੇ ਤੋਂ ਪੂਰੀ ਚੜ੍ਹਾਈ 'ਚ ਰਹੀ, ਮੇਅਰ ਬਣੇ ਉਹ। ਉਸ ਤੋਂ ਬਾਅਦ ਉਹਨਾਂ ਦੀ ਕਮਾਂਡ ਜਿਹੜੀ ਹੈ ਲਿੰਡਾ ਹੈਪਨਰ ਹੁਣੀ ਸਾਂਭੀ, ਜਿਹੜਾ ਆਪਣੇ ਟੌਮ ਗਿੱਲ ਆ, ਦੋਵਾਂ ਦੇ ਨਾਲ ਕੌਂਸਲਰ ਰਹੇ ਆ। ਉਸ ਤੋਂ ਬਾਅਦ ਸਰੀ ਫਸਟ ਨੇ ਟੌਮ ਗਿੱਲ ਦੀ ਅਗਵਾਈ ਵਿੱਚ ਚੋਣ ਲੜੀ ਅਤੇ ਉਹ ਜਿਹੜੀ ਪਾਰਟੀ ਆ ਹਾਰ ਗਈ। ਸਿਰਫ ਉਹਨਾਂ ਦੀ ਇੱਕ ਮੈਂਬਰ ਜਿਹੜੀ ਲਿੰਡਾ ਐਨਸ ਆ ਉਹੀ ਜਿੱਤ ਸਕੀ ਆ। ਸੋ ਉਹਨਾਂ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ। ਕੀ ਉਹ ਜਿਨੀ ਸਿਮਸ ਜਾਂ ਜਿਹੜੀ ਬ੍ਰੈਂਡਾ ਲੋਕ ਆ ਜਾਂ ਸੁੱਖ ਧਾਲੀਵਾਲ ਦੇ ਨਾਲ ਲੜਨਗੇ, ਜਾਂ ਉਹ ਆਪਣੀ ਕੋਈ ਅੱਡ ਖਿਚੜੀ ਪਕਾਉਣਗੇ? ਇਹ ਇੱਕ ਬੜਾ ਵੱਡਾ ਸਵਾਲ ਹੈਗਾ ਆ, ਜਿਹਦੇ ਬਾਰੇ ਕੁਝ ਵੀ ਦੱਸਿਆ ਨਹੀਂ ਜਾ ਰਿਹਾ। ਅੰਦਾਜ਼ੇ ਤਾਂ ਇਹ ਵੀ ਲੱਗ ਰਹੇ ਸੀਗੇ ਕਿ ਉਹ ਸ਼ਾਇਦ ਸੁੱਖ ਧਾਲੀਵਾਲ ਉਹਨਾਂ ਨਾਲ ਨੇੜਤਾ ਕਰਨਗੇ, ਪਰ ਲੱਗ ਨਹੀਂ ਰਿਹਾ ਵੀ ਨੇੜਤਾ ਹੋ ਨਹੀਂ ਰਹੀ। ਫਿਰ ਕੀ ਉਹ ਬ੍ਰੈਂਡਾ ਲੋਕ ਦੇ ਨਾਲ ਖੜਨਗੇ? ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ, ਕਿਉਂਕਿ ਪਿਛਲੀ ਵਾਰੀ 3 ਸਲੇਟਾਂ ਸੀਗੀਆਂ ਕੁੱਲ, ਮਤਲਬ ਕਿ 3 ਪਾਰਟੀਆਂ ਚੋਣ ਲੜ ਰਹੀਆਂ ਸੀਗੀਆਂ। ਹੁਣ ਤੱਕ ਜਿਹੜੀ ਸਿਨੈਰੀਓ ਸਾਹਮਣੇ ਆਇਆ 4 ਤਾਂ ਹੋ ਹੀ ਗਈਆਂ। ਸੋ ਜੇ 5ਵੇਂ ਉਹ ਅੱਡ ਖੜ੍ਹਦੇ ਆ ਤਾਂ ਘਸਮਾਣੇ ਬਹੁਤ ਪੈ ਜਾਣਾ ਜੀ। ਉਹਦੇ ਵਿੱਚ ਲੋਕਾਂ ਨੂੰ ਸਮਝ ਨਹੀਂ ਲੱਗਣੀ ਵੀ ਕਿਹਨੂੰ ਵੋਟ ਪਾਈਏ ਅਤੇ ਕਿਹਨੂੰ ਛੱਡੀਏ। ਸੋ ਇਹ ਇੱਕ ਵੱਡੀ ਗੱਲ ਹੈਗੀ ਆ। ਫਿਰ ਜਿਹੜੇ ਵੱਡੇ ਭਾਈਚਾਰੇ ਵੋਟਾਂ 'ਚ ਇੰਟਰਸਟ ਲੈਂਦੇ ਆ, ਵੈਸੇ ਤਾਂ ਸਰੀ ਦੇ ਵਿੱਚ 104 ਭਾਸ਼ਾਵਾਂ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ, ਮਤਲਬ ਇੰਨੇ ਲੋਕ ਆ ਇੱਥੇ। ਪਰ ਜਿਹੜੀ ਵੋਟਿੰਗ ਦੇ ਵਿੱਚ ਹਿੱਸਾ ਲੈਂਦੇ ਆ ਉਹ ਜਾਂ ਤਾਂ ਜਿਹੜਾ ਮੁੱਖ ਭਾਈਚਾਰਾ ਸਾਡਾ ਗੋਰੇ ਆ ਉਹ ਆ, ਅਤੇ ਜਾਂ ਪੰਜਾਬੀ ਆ। ਉਦੋਂ ਬਾਅਦ ਫਿਰ ਹੁਣ ਕੁਛ ਆਪਾਂ ਫਿਲੀਪੀਨੋ ਭਾਈਚਾਰਾ ਕਹਿ ਸਕਦੇ ਹਾਂ, ਇਸ ਤਰ੍ਹਾਂ ਕੁਛ ਆਪਾਂ ਕਹਿ ਸਕਦੇ ਹਾਂ ਪਾਕਿਸਤਾਨੀ ਭਾਈਚਾਰਾ ਜਿਹੜਾ ਉਹ ਕਹਿ ਸਕਦੇ ਹਾਂ। ਸੋ ਉਹ ਵੀ ਹੁਣ ਥੋੜ੍ਹਾ ਜਿਹਾ ਇੰਟਰਸਟ ਦਿਖਾਉਣ ਲੱਗੇ ਆ। ਸੋ ਹਜੇ ਜਿੰਨੀਆਂ ਵੀ ਸਲੇਟਾਂ ਮੂਹਰੇ ਆਈਆਂ ਆ ਉਹ ਇਹ ਦੇਖ ਕੇ ਆ ਰਹੀਆਂ ਵੀ ਕਿਹਦੀ ਵੋਟ ਕਿਹਨੇ ਕੱਟਣੀ ਆ। ਸੋ ਉਹ ਹੱਲੇ ਉਹ ਕਾਰਡ ਛਾਂਟ ਵਾਲੀ ਹਿਸਾਬ ਦੇ ਨਾਲ ਵੀ ਸਲੇਟਾਂ ਜਿਹੜੀਆਂ ਆਉਣੀਆਂ ਆ, ਕੁਛ ਸਲੇਟਾਂ ਹੋਰ ਖੜ੍ਹੀਆਂ ਕਰਵਾਈਆਂ ਜਾਣਗੀਆਂ, ਬੰਦੇ ਖੜ੍ਹੇ ਕਰਵਾਏ ਜਾਣਗੇ ਤਾਂ ਕਿ ਉਹ ਫਲਾਣੇ ਬੰਦੇ ਦੀ ਵੋਟ ਕੱਟਣ। ਸੋ ਕਾਫੀ ਜਿਹੜਾ ਕੰਮ ਹੱਲੇ ਹੋਣ ਵਾਲਾ ਰਹਿੰਦਾ ਜਿਹਦੇ ਵਿੱਚ। ਅਤੇ ਪਰ ਇੰਨਾ ਪੱਕਾ ਆ ਵੀ ਇਹ ਵੱਡੀ ਮੈਸ ਹੋਣੀ ਆ, ਮਤਲਬ ਇੰਨੇ ਨੀਵੇਂ ਪੱਧਰ ਦੀ ਚੋਣ ਜਿਹੜੀ ਆ ਕਦੀ ਤੁਸੀਂ ਦੇਖੀ ਨਹੀਂ ਹੋਣੀ, ਜਿਹੜੀ ਐਤਕੀ ਸਰੀ ਦੀ ਇਲੈਕਸ਼ਨ ਹੋਣੀ ਆ। ਹੁਣ ਤੋਂ ਸ਼ੁਰੂ ਹੋ ਗਿਆ ਕੰਮ। ਤੇ ਪਿਛਲੀ ਵਾਰ ਦੀ ਜਿਹੜੀ ਤੀਜੀ ਧਿਰ ਸੀਗੀ ਬਰੂਸ ਏਨ ਸੀ ਸ਼ਾਇਦ ਉਹਨਾਂ ਦਾ, ਨਾ ਉਹ ਕਿਤੇ ਦਿਸ ਰਿਹਾ ਉਹ ਖੜੇ ਹੋਣਗੇ, ਫਿਰ ਤਾਂ ਹੋਰ ਗਿਣਤੀ ਵੱਧ ਜਾਊਗੀ। ਬਰੂਸ ਏਨਜ਼ ਨੇ ਹਾਲੇ ਤੱਕ ਕੋਈ ਇੰਟਰਸਟ ਜਿਹੜਾ ਆਪਣਾ ਸ਼ੋਅ ਨਹੀਂ ਕੀਤਾ ਹੈਗਾ ਵੀ ਉਹ ਖੜ ਰਹੇ ਆ ਜਾਂ ਨਹੀਂ। ਹਜੇ ਤੱਕ ਉਹਨਾਂ ਨੇ ਕੋਈ ਵੀ ਇਸ ਬਾਰੇ ਹਾਂ ਜਾਂ ਨਾ ਦੇ ਵਿੱਚ ਕੋਈ ਉੱਤਰ ਨਹੀਂ ਦਿੱਤਾ, ਅਤੇ ਨਾ ਹੀ ਉਹਨਾਂ ਦੀ ਧਿਰ ਜਿਹੜੀ ਆ ਉਹ ਕਿਤੇ ਦਿਖਾਈ ਦੇ ਰਹੀ। ਤੇ ਮੋਟੀ ਜੀ ਗੱਲ ਜੇਕਰ ਦੇਖਣੀ ਹੋਵੇ ਇਸ ਵੇਲੇ ਬ੍ਰੈਂਡਾ ਲੋਕ, ਸੁੱਖ ਧਾਲੀਵਾਲ, ਜਿਨੀ ਸਿਮਸ ਜਾਂ ਡੱਗ ਮਕੱਲਮ, ਕਿਹਾ ਤਾਂ ਨਹੀਂ ਜਾ ਸਕਦਾ ਕਿਹਨੇ ਜਿੱਤਣਾ ਅਤੇ ਕਿਹਦਾ ਕੀ ਹੋਣਾ। ਕਿਹਦੇ ਕੋਲੇ ਕਿਹੜੇ ਪਲੱਸ ਪੁਆਇੰਟ ਆ ਜਾਂ ਬੈਨੀਫਿਟ ਕਿਹਦੇ ਕੋਲੇ ਕਾਹਦਾ ਜੇ ਮੋਟਾ ਜਿਹਾ ਦੇਖਣਾ ਹੋਵੇ? ਜੇ ਤਾਂ ਆਪਾਂ ਸੱਤਾਧਾਰੀ ਧਿਰ ਦੀ ਗੱਲ ਕਰੀਏ ਡੱਗ ਮਕੱਲਮ ਹੁਣਾਂ ਦੀ, ਸੋ ਉਹਨਾਂ ਦੇ ਕੋਲ ਬੈਨੀਫਿਟ ਜਿਹੜੇ ਇਹ ਹੈਗੇ ਕਿ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਆਪਣੇ ਪਲੇਟਫਾਰਮ ਦੇ ਵਿੱਚ ਉਹ ਪੂਰੇ ਕਰਤੇ। ਚਾਹੇ ਉਹ ਸਰੀ ਪੁਲਿਸ ਦੀ ਟ੍ਰਾਂਜੀਸ਼ਨ ਦਾ ਸੀਗਾ, ਚਾਹੇ ਉਹ LRT ਖਤਮ ਕਰਕੇ ਸਕਾਈ ਟ੍ਰੇਨ ਲਿਆਉਣ ਦਾ ਸੀਗਾ, ਚਾਹੇ ਉਹ ਨਿਊਟਨ ਰੈਕ ਸੈਂਟਰ ਦਾ ਸੀ, ਚਾਹੇ ਉਹ ਗਲੋਬਲ ਰੈਕ ਸੈਂਟਰ ਦਾ ਸੀਗਾ, ਉਹ ਸਾਰੇ ਪੂਰੇ ਹੋ ਚੁੱਕੇ ਆ। ਉਹ ਤੋਂ ਬਾਹਰੇ ਜਿਹੜੀਆਂ ਗੱਲਾਂ ਹੋਈਆਂ, ਇੱਕ ਤਾਂ ਉਹਨਾਂ ਨੇ ਇਹ ਕਹਿਤਾ ਵੀ 132 ਸਟਰੀਟ ਜਿਹੜੀ ਆ ਡਬਲ ਕਰਾਂਗੇ 128 ਵਾਂਗੂ। 132 ਸਟਰੀਟ ਬਹੁਤ ਲੰਮੀ ਆ, ਹਾਈਵੇ 10 ਤੋਂ ਲੈ ਕੇ ਟੋਲੋ ਬ੍ਰਿਜ ਤੱਕ ਜਾ ਪੈਂਦੀ ਆ। ਉਹਦੇ ਨਾਲ ਫਿਰ 128 ਦਾ ਅਤੇ ਕਿੰਗ ਜੌਰਜ ਦਾ ਪ੍ਰੈਸ਼ਰ ਘੱਟ ਜੂਗਾ। ਦੂਜੀ ਜਿਹੜੀ ਚੰਗੀ ਗੱਲ ਉਹਨਾਂ ਦੇ ਹੱਕ 'ਚ ਇਹ ਹੋਈ ਆ ਕਿ ਟਰਾਂਸਲਿੰਕ, ਜਿਹਦੇ ਵਿੱਚ ਉਹਨਾਂ ਦਾ ਬਹੁਤ ਪ੍ਰਭਾਵ ਆ, ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਪਿਛਲੇ ਹਫ਼ਤੇ ਕਿ ਸਕਾਈ ਟ੍ਰੇਨ ਜਿਹੜੀ ਅਗਲੇ 10 ਸਾਲਾਂ ਦੇ ਵਿੱਚ ਨਿਊਟਨ ਆ ਜੂਗੀ ਜੀ।
ਸੋ ਨਿਊਟਨ ਨੂੰ ਇਗਨੋਰ ਬਹੁਤ ਕੀਤਾ ਗਿਆ ਪਹਿਲਾਂ। ਹੁਣ ਟਰਾਂਸਲਿੰਕ ਦੇ ਜਿਹੜਾ 2050 ਦਾ ਪਲੇਟਫਾਰਮ ਹੈ ਉਹਦੇ ਵਿੱਚ ਇਹ ਗੱਲ ਪਾ ਦਿੱਤੀ ਗਈ ਹੈ ਵੀ 2038 ਤੱਕ ਨਿਊਟਨ ਦੇ ਵਿੱਚ ਸਕਾਈ ਟ੍ਰੇਨ ਚੱਲ ਪਊਗੀ, ਆ ਜਾਊਗੀ। ਸੋ ਇਹ ਕੋਈ ਫੋਕਾ ਵਾਅਦਾ ਨਹੀਂ ਹੈਗਾ ਹੈ ਨਾ, ਵੀ ਹੋ ਜਾਣੀ ਆ ਗੱਲ ਇਹ। ਸੋ ਇਹ ਵੀ ਗੱਲ ਡਗ ਮਕੱਲਮ ਉਹਨਾਂ ਦੇ ਹੱਕ ਵਿੱਚ ਜਾਣੀ ਆ। ਬ੍ਰੈਂਡਾ ਲੋਕ ਹੋਣੀ ਜਿਹੜੇ ਆ ਇੱਥੇ ਇੱਕ ਨਾਲ ਹੀ ਹੋਰ ਪੁੱਛਣਾ ਚਾਹੁੰਦਾ, ਕਿਆ ਇਹ ਜਾ ਰਿਹਾ ਕਿ ਇੱਕ ਕੋਈ ਕਾਨੂੰਨ ਆ ਜਿਹਦੇ ਤਹਿਤ ਕਿਸੇ 'ਤੇ ਕੋਈ ਕੇਸ ਹੋ ਜਾਵੇ ਤਾਂ ਉਹ ਇਲੈਕਸ਼ਨ ਨਹੀਂ ਲੜ ਸਕਦਾ? ਡਗ ਮਕੱਲਮ ਹੋਣਾ ਦਾ ਵੀ ਰੌਲਾ ਗੋਲਾ ਪਿਆ, ਇਹਨਾਂ ਦੇ ਉੱਤੇ ਕਾਨੂੰਨ ਲਾਗੂ ਨਹੀਂ ਹੋਊਗਾ? ਉਹ ਬਿਲਕੁਲ ਕਾਨੂੰਨ ਬੜਾ ਲੈਜਿਸਲੇਚਰ ਖਤਰਨਾਕ ਤੇ ਖਤਰਨਾਕ ਸਮੇਂ ਤੇ ਲਿਆਂਦਾ ਸੀਗਾ ਐਨਡੀਪੀ ਨੇ, ਵੀ ਜੇ ਕਿਸੇ ਵਿਅਕਤੀ ਦੇ ਉੱਤੇ ਕੋਈ ਅਪਰਾਧਿਕ ਮੁਕੱਦਮਾ ਚੱਲ ਰਿਹਾ ਆ ਤੇ ਉਹ ਉਨਾ ਚਿਰ ਕੇਸ ਨਹੀਂ ਲੜ ਸਕਦਾ, ਆਪਣਾ ਚੋਣ ਨਹੀਂ ਲੜ ਸਕਦਾ ਜਿੰਨਾ ਚਿਰ ਉਸ ਮਾਮਲੇ ਵਿੱਚੋਂ ਬਰੀ ਨਹੀਂ ਹੋ ਜਾਂਦਾ, ਕਲੀਅਰ ਨਹੀਂ ਹੋ ਜਾਂਦਾ। ਪਰ ਉਹਦੀ ਇੱਕ ਜਿਹੜੀ ਕੁੰਡੀ ਉਹ ਇਹ ਵੀ ਆ ਕਿ ਇਹ ਗਾਂਹ ਵਾਲੇ ਬੰਦਿਆਂ 'ਤੇ ਲਾਗੂ ਹੋਊਗਾ, ਵੀ ਜਦੋਂ ਉਹ ਕਾਨੂੰਨ ਆ ਗਿਆ ਮਾਰਕੀਟ ਦੇ ਵਿੱਚ, ਉਦੋਂ ਬਾਅਦ ਜੇ ਕਿਸੇ ਬੰਦੇ 'ਤੇ ਚਾਰਜ ਲੱਗਦੇ ਆ ਉਹ ਜਿਹੜਾ ਆ ਨਹੀਂ ਚੋਣ ਲੜ ਸਕਦਾ। ਜਿਨ੍ਹਾਂ ਦੇ ਪਹਿਲਾਂ ਹੀ ਲੱਗੇ ਹੋਏ ਆ ਉਹਨਾਂ ਦੇ ਉੱਤੇ ਇਹ ਪਾਬੰਦੀ ਆਇਦ ਨਹੀਂ ਹੁੰਦੀ। ਸੋ ਡਗ ਮੁਕੱਲਮ ਦੇ ਜਿਹੜੇ ਪਬਲਿਕ ਮਿਸਚੀਫ 'ਤੇ ਚਾਰਜ ਲੱਗੇ ਹੋਏ ਆ ਉਹ ਪਹਿਲਾਂ ਦੇ ਲੱਗੇ ਹੋਏ ਆ। ਸੋ ਇਸ ਕਾਨੂੰਨ ਦੀ ਜ਼ਦ ਵਿੱਚ ਨਹੀਂ ਆਏ, ਬਚਾਅ ਹੋ ਗਿਆ ਆ। ਸੋ ਜਿਹੜੀ ਬੈਕ ਟੂ ਨੋਰਮਲ ਆਈਏ, ਬ੍ਰੈਂਡਾ ਲੋਕ ਦੀ ਗੱਲ ਆ। ਬ੍ਰੈਂਡਾ ਲੋਕ ਹੁਣੀ ਖੁੱਲ੍ਹ ਕੇ ਸਰੀ RCMP ਦੇ ਹੱਕ ਵਿੱਚ ਆ ਅਤੇ ਸਰੀ ਪੁਲਿਸ ਜਿਹੜੀ ਨਵੀਂ ਬਣ ਰਹੀ ਆ ਉਹਦਾ ਵਿਰੋਧ ਕਰ ਰਹੇ ਆ। ਸੋ ਜ਼ਾਹਰ ਆ ਕਿ ਜਿਹੜੇ ਸਰੀ RCMP ਦੇ ਹੱਕ ਵਿੱਚ ਲੋਕ ਆ ਉਹ ਬ੍ਰੈਂਡਾ ਲੋਕ ਦੇ ਮਗਰ ਹੀ ਰੈਲੀ ਕਰਨਗੇ। ਪਰ ਜੇ ਸਰੀ ਫਸਟ ਅੱਡ ਹੋ ਕੇ ਖੜ੍ਹ ਗਈ ਫਿਰ ਗੱਲ ਉੱਥੇ ਥੋੜ੍ਹੀ ਜਿਹੀ ਗੜਬੜਾ ਜਾਣੀ ਹੈ, ਕਿਉਂਕਿ ਵੋਟਾਂ ਤੱਕ ਲਗਭਗ ਉਹੀ ਆ। ਬਾਕੀ ਹੱਲੇ ਹੋਰ ਜਿਹੜੀਆਂ ਗੱਲਾਂ ਆ ਉਹਦੇ ਵਿੱਚ 84 ਐਵਨਿਊ ਦਾ ਵੱਡਾ ਮਸਲਾ ਆ। 84 ਐਵਨਿਊ ਦੇ ਨੂੰ ਸਿੱਧਾ ਕਰਨਾ ਕਿੰਗ ਜੌਰਜ ਤੋਂ 140 ਦੇ ਵਿਚਾਲੇ ਡਗ ਮਕੱਲਮ ਹੋਣੀ ਉਹ ਪਾਸ ਕਰਾ ਦਿੱਤਾ। ਜੇ ਤਾਂ ਚੋਣਾਂ ਤੋਂ ਪਹਿਲਾਂ ਉਹ ਸਿੱਧਾ ਹੋ ਗਿਆ ਸਾਰਾ ਕੁਛ, ਚੱਲ ਪਈ ਸੜਕ, ਫਿਰ ਤਾਂ ਠੀਕ ਆ। ਅਦਰਵਾਈਜ਼ ਬ੍ਰੈਂਡਾ ਲੋਕ ਇਹ ਵੀ ਪਲੇਟਫਾਰਮ ਲਿਆ ਸਕਦੇ ਆ ਵੀ ਮੈਂ ਇਹ ਜਿਹੜਾ ਪਾਸ ਹੋਇਆ ਪ੍ਰੋਜੈਕਟ ਆ ਰੱਦ ਕਰਾਉਂਗੀ 84 ਐਵਨਿਊ ਵਾਲਾ, ਕਿਉਂਕਿ ਇਹ ਵੀ ਇੱਕ ਤਾਂ ਧਾਰਾ ਵੀ ਜਿਵੇਂ LRT ਰੱਦ ਕਰਾ ਕੇ ਸਕਾਈ ਟ੍ਰੇਨ ਆ ਗਈ। ਜੇ ਡਗ ਮਕੱਲਮ ਹੋਣੀ ਸਰਕਾਰ ਨਹੀਂ ਰਹੀ ਤਾਂ ਬ੍ਰੈਂਡਾ ਲੋਕ ਹੋਣੀ 84 ਵਾਲਾ ਜਿਹੜਾ ਐਵਨਿਊ ਵਾਲਾ ਪ੍ਰੋਜੈਕਟ ਰੋਕ ਸਕਦੇ ਆ। ਸੋ ਇਹ ਕੁਛ ਮੁੱਦੇ ਉਹਨਾਂ ਦੇ ਪਲੇਟਫਾਰਮ ਵਿੱਚ ਹੋ ਸਕਦੇ ਆ। ਟਰਾਂਸਪੇਰੈਂਸੀ ਇੱਕ ਵੱਡਾ ਹੈਗਾ ਮੁੱਦਾ, ਵੀ ਜਿਹੜੇ ਦੋਸ਼ ਲੱਗ ਰਹੇ ਆ ਵੀ ਜੋ ਵੀ ਕੁਛ ਡਗ ਮਕੱਲਮ ਉਹਨਾਂ ਨੇ ਕੀਤਾ ਪਾਰਦਰਸ਼ਤਾ ਦੀ ਘਾਟ ਰਹੀ ਆ। ਸੋ ਉਹਨੂੰ ਇੱਕ ਵੱਡਾ ਮੁੱਦਾ ਜਿਹੜਾ ਗੋਰੇ ਭਾਈਚਾਰੇ ਵਿੱਚ ਬਣਾਇਆ ਜਾ ਰਿਹਾ ਵੀ ਚੁੱਪ ਚਪੀਤੇ ਕੰਮ ਕਰੀ ਜਾ ਰਹੇ, ਲੋਕਾਂ ਨੂੰ ਦੱਸਦੇ ਨਹੀਂ ਕੁਛ ਵੀ ਖਰਚਾ ਕਿੰਨਾ ਆਉਣਾ, ਪੈਸੇ ਕਿੱਥੋਂ ਆਉਣੇ ਆ, ਕਿੱਦਾਂ ਜਾਣੇ ਆ। ਉਹ ਵੀ ਇੱਕ ਗੱਲ ਜਿਹੜੀ ਆ ਬ੍ਰੈਂਡਾ ਲੋਕ ਉਹਨਾਂ ਦੇ ਹੱਕ ਵਿੱਚ ਗੋਰੇ ਭਾਈਚਾਰੇ ਵਿੱਚ ਜਾਣੀ ਆ। ਸੋ ਸੁੱਖਤਾਲੀ ਵਾਲ ਹੁਣੀ ਪਲੇਟਫਾਰਮ ਕੀ ਲਿਆਉਂਦੇ ਆ, ਜਿੰਨੀ ਹੁਣੀ ਪਲੇਟਫਾਰਮ ਕੀ ਲਿਆਉਂਦੇ ਆ, ਇਹ ਆਪਣੇ ਆਪ ਦੇ ਵਿੱਚ ਹਲੇ ਬੁਝਾਰਤੀ ਹੈ ਜੀ। ਇਹ ਜੇ ਦੋਵੇਂ ਖੜੇ ਹੁੰਦੇ ਆ ਜਿੱਦਾਂ ਕਹਿ ਰਹੇ ਆ, ਪੰਜਾਬੀ ਵੋਟਾਂ ਟੁੱਟਣਗੀਆਂ? ਬਿਲਕੁਲ ਜੀ, ਇਹ ਕਿਉਂਕਿ ਜਿਹੜੀ ਡਗ ਮਕੱਲਮ ਨੂੰ ਵੀ ਵੋਟਾਂ ਪੰਜਾਬੀਆਂ ਦੀਆਂ ਹੀ ਪੈਣੀਆਂ ਮੋਸਟਲੀ। ਸੋ ਜੇਕਰ ਜਿੰਨੀ ਹੁਣੀ ਖੜ੍ਹਦੇ ਆ ਸਿਮਸ ਹੁਣੀ ਅਤੇ ਨਾਲ ਸੁੱਖ ਧਾਲੀਵਾਲ ਹੁਣੀ ਖੜ੍ਹਦੇ ਆ, ਸੋ ਤਿੰਨੇ ਜਾਣੇ ਪੰਜਾਬੀਆਂ ਦੀਆਂ ਵੋਟਾਂ ਕਿਸੇ ਹੱਦ ਤੱਕ ਵੰਡਣਗੇ। ਸੋ ਇਹਨਾਂ ਲਈ ਵੀ ਬਹੁਤ ਸਰਪ੍ਰਾਈਜ਼ ਹੋਣਾ ਹੈ, ਕਿਉਂਕਿ ਜਿਹੜੇ ਇਹ ਆਪੋ ਆਪਣੇ ਹਲਕੇ ਵਿੱਚ ਜਿੱਤਦੇ ਰਹੇ ਆ। ਜਿੰਨੀ ਸਿਮਸ ਹੁਣੀ ਸਰੀ ਪੈਨੋਰਾਮਾ ਹਲਕੇ 'ਚ ਜਿੱਤਦੇ ਆ, ਜਿਹੜੇ ਸੁੱਖ ਧਾਲੀਵਾਲ ਹੁਣੀ ਆ ਸਰੀ ਨਿਊਟਨ ਹਲਕੇ 'ਚੋਂ MP ਜਿੱਤਦੇ ਆ। ਪਰ ਐਤਕੀ ਚੋਣਾਂ ਸਾਰੀ ਸਰੀ ਦੀਆਂ ਆ, ਜਿੱਥੇ ਇਹਨਾਂ ਦਾ ਆਧਾਰ ਨਹੀਂ ਵੀ ਹੈਗਾ ਉੱਥੋਂ ਦੇ ਲੋਕਾਂ ਨੇ ਵੋਟਾਂ ਪਾਉਣੀਆਂ। ਉਹਨਾਂ ਨੂੰ ਕਿਵੇਂ ਪੰਜਾਬੀਆਂ ਨੂੰ ਕਨਵਿੰਸ ਕਰਨਾ ਹੈ ਕਿ ਇਹ ਵੀ ਚੈਲੰਜ ਹੋਣਾ। ਬਾਕੀ ਜੇ ਇਹਨਾਂ ਨੂੰ MP ਵਜੋਂ ਅਤੇ MLA ਵਜੋਂ ਲੋਕਾਂ ਨੇ ਪ੍ਰਵਾਨ ਕੀਤਾ, ਜ਼ਰੂਰੀ ਨਹੀਂ ਵੀ ਇਹਨਾਂ ਨੂੰ ਕੌਂਸਲਰ ਵਜੋਂ ਜਾਂ ਮੇਅਰ ਵਜੋਂ ਵੀ ਪ੍ਰਵਾਨ ਕਰਨ। ਇਹਨਾਂ ਨੂੰ ਵੀ ਇੱਕ ਵੱਡੀ ਚੁਣੌਤੀ ਤੇ ਹੈਗੀ ਆਪਣੇ ਆਪ ਨੂੰ ਪ੍ਰੂਵ ਕਰਨ ਦੇ ਵਾਸਤੇ। ਦੂਜੇ ਪਾਸੇ ਜਿਵੇਂ ਹੁਣ ਬ੍ਰੈਂਡਾ ਲੋਕ ਹੋਣੀ ਆ ਖੜ੍ਹੇ ਆ, ਲੱਗਦਾ ਕਿ ਗੋਰਿਆਂ ਦੀ ਵੋਟ ਉਹ ਕਾਫੀ ਹੱਦ ਤੱਕ ਲੈ ਜਾਣਗੇ। ਪਰ ਜੇ ਸਰੀ ਫਸਟ ਜਾਂ ਕੋਈ ਹੋਰ ਧਿਰ ਜਿਹੜੀ ਗੋਰਿਆਂ ਦੀ ਉਹ ਆ ਜਾਂਦੀ ਆ, ਉਹਨਾਂ ਦੀਆਂ ਵੋਟਾਂ ਵੀ ਵੰਡ ਹੋਣੀਆਂ ਆ। ਸੋ ਇਹ ਵੰਡ ਵੜਈਏ ਦਾ ਹਜੇ ਰੌਲਾ ਪੈਣਾ ਆ ਜੀ ਹਲੇ। ਅਤੇ ਇੱਕ ਇਹ ਦੱਸਿਓ ਕਿ ਜਿਹੜਾ MP MLA ਆ ਜਾਂ ਇੱਦਾਂ ਇਹ ਜਿਹੜੇ ਡਿਫਰੈਂਟ ਲੈਵਲਸ ਹੈਗੇ ਆ, ਇਹ ਬਦਲਦੇ ਰਹਿੰਦੇ ਆ? ਬ੍ਰੈਂਡਾ ਲੋਕ ਹੁਣੀ ਕਦੇ ਸਰੀ ਗ੍ਰੀਨ ਟਿੰਬਰ ਤੋਂ MLA ਲੜੇ ਸੀਗੇ, ਅਤੇ ਇਹ ਜਨੀ ਸਿਮਸ ਹੁਣੀ ਹੁਣ MLA ਨੇ, ਸੁੱਖ ਧਾਲੀਵਾਲ ਮੈਂਬਰ ਪਾਰਲੀਮੈਂਟ ਨੇ। ਇਹਦੀ ਥਾਂ ਦੇ ਉੱਤੇ ਜੇ ਬਣ ਜਾਂਦੇ ਫਿਰ ਦੁਬਾਰਾ ਵੋਟਾਂ ਪੈਣਗੀਆਂ, ਜਾਂ ਜੇ ਨਹੀਂ ਬਣਦੇ ਤਾਂ ਕੀ ਉਹਨੂੰ ਰਿਜ਼ਾਈਨ ਕਰਨਾ ਪੈਂਦਾ ਹੁੰਦਾ, ਜਾਂ ਪਹਿਲਾਂ ਹੱਥ 'ਚ ਹੁੰਦਾ ਹੀ ਆ ਅਤੇ ਅਗਲਾ ਜੇ ਆ ਗਿਆ ਤਾਂ ਠੀਕ ਆ? ਨੈਤਿਕ ਤੌਰ ਦੇ ਉੱਤੇ ਤਾਂ ਰਿਜ਼ਾਈਨ ਕਰਨਾ ਬਣਦਾ ਜੀ, ਅਤੇ ਪਰ ਜਿਹੜੀਆਂ ਕਾਨੂੰਨੀ ਘੁੰਡੀਆਂ ਉਹ ਲੱਭ ਲੈਂਦੇ ਹੁੰਦੇ ਸਿਆਸਤਦਾਨ ਵੀ ਦੋਨੇ ਹੱਥੀਂ ਲੱਡੂ ਰਹਿ ਜਾਣ। ਬਾਕੀ ਪਹਿਲਾਂ ਹੁੰਦਾ ਸੀਗਾ ਇਹ ਵੀ ਬੰਦੇ ਥੱਲਿਓਂ ਉੱਪਰ ਨੂੰ ਜਾਂਦੇ ਹੁੰਦੇ ਸੀਗੇ, ਵੀ ਮਤਲਬ ਪਹਿਲਾਂ ਕੋਈ ਕੌਂਸਲਰ ਬਣਦਾ ਹੁੰਦਾ ਸੀ, ਫਿਰ ਮੇਅਰ ਬਣ ਗਿਆ, ਮੇਅਰ ਤੋਂ ਬਾਅਦ MLA ਬਣ ਗਿਆ, MP ਬਣ ਗਿਆ, ਮੰਤਰੀ ਬਣ ਗਿਆ। ਹੁਣ ਐਤਕੀ ਪੁੱਠਾ ਕੰਮ ਹੋਇਆ ਜੀ, ਵੀ ਉੱਪਰੋਂ ਥੱਲੇ ਨੂੰ ਆ ਰਹੇ। MP ਵੀ ਕਹਿੰਦੇ ਕੌਂਸਲਰ ਬਣਨਾ ਅਤੇ MLA ਵੀ ਕਹਿੰਦੇ ਕੌਂਸਲਰ ਬਣਨਾ। ਸ਼ੁਰੂਆਤ ਕੀਤੀ ਅਮਰਜੀਤ ਸੋਹੀ ਹੁਣੀ, ਮੰਤਰੀ ਰਹੇ ਆ ਕੈਨੇਡਾ ਦੇ, MP ਰਹੇ ਐਡਮਿੰਟਨ ਤੋਂ, ਮੁੜ ਕੇ ਫਿਰ ਉਹ ਆ ਗਏ ਐਡਮਿੰਟਨ ਦੇ ਮੇਅਰ ਬਣ ਗਏ। ਸੋ ਇੱਕ ਐਡਮਿੰਟਨ ਅਤੇ ਕੈਲਗਰੀ ਵਾਲਿਆਂ ਨੇ ਹੋਰ ਮੀਲ ਪੱਥਰ ਕੱਢ ਦਿੱਤਾ ਵੀ ਦੋਵਾਂ ਸ਼ਹਿਰਾਂ ਦੇ ਮੇਅਰ ਪੰਜਾਬੀ ਬਣਾ ਦਿੱਤੇ। ਸਰੀ ਵਾਲਿਆਂ ਨੂੰ ਚੈਲੰਜ ਕਰ ਦਿੱਤਾ ਵੀ ਤੁਸੀਂ ਕਹੀ ਨੇ ਆਬਾਦੀ ਸਾਡੀ ਬਹੁਤ ਹੈ, ਮੇਅਰ ਤੁਹਾਡਾ ਹੈ ਨਹੀਂ, ਕੋਈ ਵੀ ਅੱਜ ਤੱਕ ਨਹੀਂ ਬਣਿਆ ਹੈਗਾ। ਸੋ ਕਿਤੇ ਨਾ ਕਿਤੇ ਇਹ ਵੀ ਕੰਡਾ ਦਿਮਾਗ ਵਿੱਚ ਹੈਗਾ ਵੀ ਪੰਜਾਬੀ ਮੇਅਰ ਹੋਣਾ ਚਾਹੀਦਾ ਆ ਨਾ। ਸੋ ਪਿਛਲੀ ਵਾਰੀ ਟੌਮ ਗਿੱਲ ਹੋਣਾ ਬਾਰੇ ਵੀ ਇਹ ਕਾਫੀ ਚਰਚਾ ਚੱਲੀ ਸੀ। ਸੋ ਹਰੇਕ ਹੀ ਆਪੋ ਆਪਣੇ ਘੋੜੇ ਭਜਾ ਰਿਹਾ ਆ, ਪਰ ਇਹਦਾ ਅੱਗੇ ਨਿਕਲਣਾ ਤਾਂ ਸਮਾਂ ਦੱਸੂਗਾ ਜੀ। ਇੱਕ ਹੁੰਦਾ ਅਸਲ ਮੁੱਦੇ ਸ਼ਹਿਰ ਦੇ ਕੀ ਆ,
ਜਦੋਂ ਇਲੈਕਸ਼ਨ ਨੇੜੇ ਆਉਂਦੀ ਹੈ ਮੁੱਦੇ ਪਾਸੇ ਰਹਿ ਜਾਂਦੇ ਹੁੰਦੇ, ਹੋਰ ਹੀ ਗੱਲਾਂ ਬਾਤਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਤੁਹਾਨੂੰ ਲੱਗਦਾ ਵੀ ਐਤਕੀ ਅਸਲ ਮੁੱਦਿਆਂ ਦੇ ਉੱਤੇ ਵੋਟਾਂ ਪੈਣਗੀਆਂ ਜਾਂ ਜਿਹਨੂੰ ਵੋਟਾਂ ਚੰਗੀ ਤਰ੍ਹਾਂ ਪਵਾਉਣੀਆਂ ਆਉਂਦੀਆਂ ਉਹ ਪਵਾ ਜੂਗਾ? ਨਹੀਂ ਜੀ, ਜਿਹੜੇ ਹੁੰਦੇ ਨਾ ਸਿਟੀ ਦੀ ਇਲੈਕਸ਼ਨ ਆ ਉਹਦੇ ਵਿੱਚ ਮੁੱਦਿਆਂ ਦੇ ਉੱਤੇ ਹਮੇਸ਼ਾ ਚੋਣ ਲੜੀ ਜਾਂਦੀ ਹੈ, ਕਿਉਂਕਿ ਸਿੱਧੇ ਡਾਇਰੈਕਟਲੀ ਹਿੱਟ ਕਰਦੇ ਆ ਲੋਕਾਂ ਨੂੰ। MP ਦੀਆਂ ਇਲੈਕਸ਼ਨਾਂ, ML ਦੀਆਂ ਇਲੈਕਸ਼ਨਾਂ ਵਿੱਚ ਕਈ ਵਾਰੀ ਇੱਦਾਂ ਹੋ ਜਾਂਦਾ, ਪਰ ਸਿਟੀ ਦੀਆਂ ਚੋਣਾਂ ਦੇ ਵਿੱਚ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ ਵੀ ਮੁੱਦੇ ਪਾਸੇ ਰਹਿ ਗਏ ਹੁਣ ਤਾਂ ਬੰਦੇ ਮਗਰ ਕਿਸੇ ਮਗਰ ਲੋਕ ਲੱਗ ਗਏ। ਹੁਣ ਲੋਕਾਂ ਨੇ ਦੇਖਣਾ ਵੀ ਜਿਹੜਾ ਬੰਦਾ ਗੱਲ ਕਹਿ ਰਿਹਾ ਆ, ਮੰਨ ਲਓ ਵੀ ਇਹ ਡਿਲੀਵਰ ਵੀ ਕਰ ਦਊਗਾ, ਵੀ ਪੋਸੀਬਲ ਹੈ ਇਹਦੇ ਕਰਨ ਵਿੱਚ, ਤਾਂ ਜਿਹੜੀ ਬੀਤੇ ਦੀ ਇਹਦੀ ਕਾਰਗੁਜ਼ਾਰੀ ਆ ਉਹ ਸਿੱਧ ਕਰਦੀ ਆ ਵੀ ਜਿਹੜੀ ਗੱਲ ਕਹਿ ਰਿਹਾ ਕਰ ਦਊਗਾ। ਸੋ ਜਦੋਂ ਘਰ ਨੂੰ ਸਿੱਧੀ ਜੇਬ ਨੂੰ ਤੁਹਾਡੀ ਨੂੰ ਹੱਥ ਪੈਂਦਾ ਹੈ ਉੱਥੇ ਲੋਕ ਜ਼ਿਆਦਾ ਸੋਚਦੇ ਆ। ਸੋ ਮੁੱਦਿਆਂ ਕਰਕੇ ਪਿਛਲੀ ਵਾਰੀ ਪਲੇਟਫਾਰਮ ਦੀ ਜਿੱਤ ਹੋਈ ਸੀਗੀ, ਡਰੈਗਨ ਗੱਲ ਉਹਨਾਂ ਦਾ ਪਲੇਟਫਾਰਮ ਵਧੀਆ ਸੀਗਾ। ਇਸ ਵਾਰੀ ਵੀ ਜੇ ਕੋਈ ਸਲੇਟ ਜਿਹੜੀ ਪਲੇਟਫਾਰਮ ਬਹੁਤ ਵਧੀਆ ਲੈ ਆਈ ਤਾਂ ਵਾਕਿਆ ਜਿਹੜੀ ਹੈ ਜੀ ਉਹਨੂੰ ਲੋਕੀ ਕੰਸੀਡਰ ਕਰਨਗੇ। ਕਿੰਨੇ ਕੁ ਚਾਂਸ ਆ ਪੰਜਾਬੀ ਮੇਅਰ ਮਿਲ ਜੂਗਾ ਸਰੀ ਨੂੰ? ਕੁਛ ਨਹੀਂ ਜੀ ਕਹਿ ਸਕਦੇ ਇਹਦੇ ਬਾਰੇ ਹਲੇ, ਕਿਉਂਕਿ ਜਿੰਨਾ ਚਿਰ ਸਾਰੇ ਖਿਡਾਰੀ ਨਹੀਂ ਸਾਹਮਣੇ ਆਉਂਦੇ ਉਹਨਾਂ ਚਿਰ ਪਤਾ ਨਹੀਂ ਹੈ ਨਾ। ਅਜੇ ਤਾਂ ਇਹ ਵੀ ਨਹੀਂ ਪਤਾ ਵੀ ਜਿਹੜੇ ਬੰਦੇ ਖੜਨੇ ਆ, ਕਹਿ ਰਹੇ ਆ, ਜ਼ੋਰ ਲਾ ਰਹੇ ਆ, ਐਂਡ ਦੇ ਉੱਤੇ ਜਾ ਕੇ ਉਹ ਨਹੀਂ ਆਪਣਾ ਕੋਈ ਮਨ ਬਦਲ ਦਿੰਦੇ। ਸੋ ਅਜੇ ਕੁਛ ਵੀ ਕਹਿਣਾ ਇਹਦੇ ਬਾਰੇ ਔਖਾ ਆ, ਪਰ ਓਨੈਸਟਲੀ ਜੇ ਸਾਰੇ ਖੜ ਵੀ ਜਾਣ ਤਾਂ ਮੇਰੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਕਠਿਨ ਹੈ ਜੀ ਹਲੇ ਹਾਂ ਬਣਨਾ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਦੋਸਤੋ, ਅਸੀਂ ਗੁਰਪ੍ਰੀਤ ਸਿੰਘ ਸੋਤਾ ਹੋਣਾ ਨਾਲ ਗੱਲਬਾਤ ਕੀਤੀ ਇਸ ਮਾਮਲੇ ਦੇ ਉੱਤੇ। ਨਿੱਤ ਨਵੀਆਂ ਅਪਡੇਟਸ ਇਹਦੇ ਉੱਤੇ ਆ ਰਹੀਆਂ। ਹਰ ਹਫ਼ਤੇ ਅਸੀਂ ਸੋਮਵਾਰ ਨੂੰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਮਿਊਨਿਸਪਲ ਇਲੈਕਸ਼ਨ ਕੀ ਹੋ ਰਿਹਾ, ਕੀ ਅਪਡੇਟਸ ਨੇ। ਕੈਮਰਾਮੈਨ ਅਮਿਤ ਪ੍ਰੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।